ਹੈਲੋ एवरीवन ਵੈਲਕਮ ਟੂ ਸਟੱਡੀ ਸ਼ੌਕਤ ਹੇਅਰ ਸਟੱਡੀ ਬਿਕਮਸ ਈਜ਼ੀਅਰ। ਸੋ ਜਿਵੇਂ ਤੁਹਾਨੂੰ ਪਤਾ ਹੈ ਜੀ ਨਿਊ ਵੈਕੈਂਸੀਜ਼ ਆਫ ਈਟੀਟੀ ਜਿਹੜੀਆਂ ਜਲਦੀ ਹੀ ਅਨਾਉਂਸ ਹੋਣ ਵਾਲੀਆਂ ਨੇ, ਨੋਟੀਫਿਕੇਸ਼ਨ ਜਲਦੀ ਆਉਣ ਵਾਲਾ ਹੈ। ਸੋ ਜਿਨ੍ਹਾਂ ਨੇ ਵੀ ਇਸ ਵਾਰ ਉਹਨਾਂ ਨੂੰ ਉਮੀਦ ਹੈ ਕਿ ਉਹਨਾਂ ਦਾ ਪੀਐਸ ਟੈਟ ਸੈਕਿੰਡ ਜਿਹੜਾ ਉਹ ਕਲੀਅਰ ਹੋ ਜਾਏਗਾ, ਕਿਉਂਕਿ ਆਂਸਰ ਕੀਜ਼ ਤੋਂ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਆਪਣੇ ਮਾਰਕਸ ਜਿਹੜੇ ਉਹ ਕਿੰਨੇ ਕੁ ਬਣਦੇ ਹੈ। ਸੋ ਜਲਦੀ ਹੀ ਜਿਹੜਾ ਨੋਟੀਫਿਕੇਸ਼ਨ ਆ ਉਹ ਅਨਾਉਂਸ ਹੋਣ ਵਾਲਾ ਹੈ ਤੇ ਈਟੀਟੀ ਸੈਕਿੰਡ ਪੇਪਰ ਦੀ ਆਪਾਂ ਜਿਹੜੀ ਪ੍ਰੈਪਰੇਸ਼ਨ ਆ ਉਹ ਸ਼ੁਰੂ ਕਰ ਰਹੇ ਹਾਂ। ਫਿਲਹਾਲ ਆਪਾਂ ਸਾਇੰਸ ਦਾ ਜਿਹੜਾ ਹੈ ਸਬਜੈਕਟ ਸ਼ੁਰੂ ਕੀਤਾ, ਜਿਹਦੇ ਵਿੱਚ ਬਾਇਓ ਦਾ ਆਪਾਂ ਚੈਪਟਰ ਤੁਹਾਡੇ ਲਈ ਲੈ ਕੇ ਆਏ ਹਾਂ ਸੈੱਲ। ਸਭ ਤੋਂ ਪਹਿਲਾਂ ਇਸ ਦੇ ਬਾਰੇ ਆਪਾਂ ਡਿਸਕਸ਼ਨ ਕਰਾਂਗੇ, ਬਿਨਾਂ ਟਾਈਮ ਵੇਸਟ ਕੀਤੇ ਸ਼ੁਰੂ ਕਰ ਦਈਏ ਆਪਣੇ ਚੈਪਟਰ ਨੂੰ। ਸੈੱਲ, ਹਾਂਜੀ, ਸੈੱਲ ਬਾਰੇ ਦੇਖੀਏ ਤਾਂ ਕੀ ਹੁੰਦਾ ਸੈੱਲ। ਸੈੱਲ ਨੂੰ ਅਗਰ ਆਪਾਂ ਇੱਕ ਡੈਫੀਨੇਸ਼ਨ ਦੇ ਵਿੱਚ ਇਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸੈੱਲ ਇਜ਼ ਅ ਬਿਲਡਿੰਗ ਬਲੋਕ ਆਫ ਆਲ ਲਿਵਿੰਗ ਔਰਗੈਨਿਜ਼ਮਸ। ਸੈੱਲ ਜਿਹੜਾ ਬਿਲਡਿੰਗ ਬਲੋਕ ਹੈ, ਯਾਨੀ ਕਿ ਲਿਵਿੰਗ ਔਰਗੈਨਿਜ਼ਮਸ ਜਿੰਨੇ ਵੀ ਸਜੀਵ ਨੇ ਉਹ ਸੈੱਲ ਤੋਂ ਬਣੇ ਹੋਏ ਨੇ, ਇਸ ਕਰਕੇ ਸਾਰੇ ਹੀ ਸਜੀਵਾਂ ਦਾ ਬਿਲਡਿੰਗ ਬਲੋਕ ਜਿਹੜਾ ਉਹ ਸੈੱਲ ਨੂੰ ਕਿਹਾ ਜਾਂਦਾ ਹੈ। ਸੋ ਸੈੱਲ ਇਜ਼ ਅ ਬਿਲਡਿੰਗ ਬਲੋਕ ਆਫ ਆਲ ਲਿਵਿੰਗ ਔਰਗੈਨਿਜ਼ਮਸ, ਇਸ ਲਈ ਸੈੱਲ ਨੂੰ ਜਿਹੜਾ ਹੈ ਉਹ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ ਵੀ ਕਿਹਾ ਜਾਂਦਾ। ਸੋ ਸੈੱਲ ਬਾਰੇ ਡਿਟੇਲ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ। ਸੈੱਲ ਇਜ਼ ਅ ਬਿਲਡਿੰਗ ਬਲੋਕ ਆਫ ਆਲ ਲਿਵਿੰਗ ਔਰਗੈਨਿਜ਼ਮਸ। ਇਸ ਦੇ ਲਈ ਸਭ ਤੋਂ ਪਹਿਲਾਂ ਮੈਂ ਬੁੱਕਸ ਡਿਸਕਸ ਕਰ ਦੇਵਾਂ ਜੀ। ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਸਾਇੰਸ ਲਈ ਈਟੀਟੀ ਪੇਪਰ 2 ਲਈ ਜਨਰਲ ਸਾਇੰਸ ਦੇ ਲਈ ਐਨਸੀਈਆਰਟੀ ਦੀ ਜਿਹੜੀਆਂ 9th 10th ਦੀਆਂ ਬੁੱਕਸ ਨੇ ਉਹ ਫੋਲੋ ਕੀਤੀਆਂ ਜਾਂਦੀਆਂ ਨੇ। ਅਕਸਰ ਹੀ ਬੁੱਕਸ ਬਾਰੇ ਕੁਐਸਚਨ ਪੁੱਛਿਆ ਜਾਂਦਾ। ਸੋ ਬੁੱਕਸ ਜਿਹੜੀਆਂ ਨੇ ਜੀ ਉਹ 9th 10th ਐਨਸੀਈਆਰਟੀ ਦੀਆਂ ਜਿਹੜੀਆਂ ਨੇ ਉਹ ਫੋਲੋ ਕੀਤੀਆਂ ਜਾਂਦੀਆਂ ਨੇ। ਸੈੱਲ ਦੀ ਡਿਸਕਵਰੀ ਕਿਸ ਨੇ ਕੀਤੀ ਉਸ ਬਾਰੇ ਆਪਾਂ ਗੱਲ ਕਰਦੇ ਹਾਂ। ਵਰ ਫਸਟ ਡਿਸਕਵਰਡ ਬਾਏ ਰੋਬਰਟ ਹੁਕ ਇਨ 1665। ਤਾਂ ਰੋਬਰਟ ਹੁਕ ਦੁਆਰਾ ਸੈੱਲ ਨੂੰ ਸਭ ਤੋਂ ਪਹਿਲਾਂ ਡਿਸਕਵਰ ਕੀਤਾ ਗਿਆ ਸੀ, ਖੋਜ ਕੀਤੀ ਗਈ ਸੀ 1665 ਦੇ ਵਿੱਚ। ਹੀ ਓਬਜ਼ਰਵ ਦਾ ਸੈਲਸ ਇਨ ਅ ਕੋਕ ਸਲਾਈਸ ਵਿਦ ਦਾ ਹੈਲਪ ਆਫ ਅ ਪ੍ਰੀਮਿਟਿਵ ਮਾਈਕਰੋਸਕੋਪ। ਦੇਖੋ ਪਹਿਲਾਂ ਮਾਈਕਰੋਸਕੋਪ ਜਿਹੜੇ ਇੰਨੇ ਜ਼ਿਆਦਾ ਐਡਵਾਂਸ ਲੈਵਲ ਦੇ ਮਾਈਕਰੋਸਕੋਪ ਨਹੀਂ ਸੀ ਹੁੰਦੇ, ਤਾਂ ਰੋਬਰਟ ਹੁਕ ਦੁਆਰਾ ਬਣਾਇਆ ਹੋਇਆ ਮਾਈਕਰੋਸਕੋਪ ਇੱਕ ਪ੍ਰੀਮਿਟਿਵ ਮਾਈਕਰੋਸਕੋਪ ਹੁੰਦਾ ਸੀ, ਅਤੇ ਉਹਦੇ ਥਰੂ ਹੀ ਉਸਨੇ ਇੱਕ ਜਿਹੜੀ ਛਾਲ ਹੈਗੀ, ਇੱਕ ਦਰਖਤ ਦੀ ਜਿਹੜੀ ਛਾਲ ਦੇ ਵਿੱਚ ਉਸਨੇ ਸੈੱਲ ਨੂੰ ਡਿਸਕਵਰ ਕੀਤਾ ਸੀ। ਉਸ ਮਾਈਕਰੋਸਕੋਪ ਦੇ ਵਿੱਚ ਉਸਨੇ ਉਸ ਛਾਲ ਨੂੰ ਦੇਖਿਆ ਤੇ ਉਹਦੇ ਵਿੱਚ ਉਸਨੂੰ ਸੈੱਲ ਜਿਹੜਾ ਡਿਸਕਵਰ ਕੀਤਾ ਸੀ। ਤਾਂ ਸੈੱਲ ਜਿਹੜਾ ਹੈ ਜੋ ਉਸਨੇ ਡਿਸਕਵਰ ਕੀਤਾ ਤਾਂ ਉਹ ਸਾਨੂੰ ਕਿਸ ਤਰ੍ਹਾਂ ਦਿਖਾਈ ਦਿੰਦਾ, ਆਪਾਂ ਉਹ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਸ਼ੋ ਕਰਦੇ ਹਾਂ। ਇਸ ਤਰ੍ਹਾਂ ਦਾ ਜਿਹੜਾ ਸੈੱਲ ਦੀ ਸ਼ੇਪ ਹੈ ਉਸਨੂੰ ਉਹਦੇ ਵਿੱਚ ਦਿਖਾਈ ਦਿੱਤੀ, ਯਾਨੀ ਕਿ ਛੋਟੇ ਛੋਟੇ ਕਮਰੇ, ਇੱਕ ਛੋਟੇ ਛੋਟੇ ਰੂਮ ਦੀ ਤਰ੍ਹਾਂ ਜਿਹੜੇ ਹੈ ਉਹ ਇਹਦੇ ਵਿੱਚ ਉਸਨੂੰ ਦਿਖਾਈ ਦਿੱਤੇ ਸੀ। ਤੇ ਇਸੇ ਹੀ ਛੋਟੇ ਛੋਟੇ ਜਿਹੜੇ ਆਹ ਬਲੋਕਸ ਹੈਗੇ ਜੀ, ਇਸ ਨੂੰ ਉਸਨੇ ਸੈੱਲ ਦਾ ਨਾਮ ਦਿੱਤਾ ਸੀ। ਇਸ ਤਰ੍ਹਾਂ ਦੇ ਜਿਹੜੇ ਖਾਲੀ ਰੂਮ ਉਸਨੂੰ ਦਿਖਾਈ ਦਿੱਤੇ, ਇਸ ਨੂੰ ਸੈੱਲ ਦਾ ਨਾਮ ਦਿੱਤਾ ਸੀ। ਸਾਰਿਆਂ ਨੂੰ ਪਤਾ ਹੈ ਜੀ ਸੈੱਲ ਜਿਹੜਾ ਵਰਡ ਹੈਗਾ ਉਸਦਾ ਮਤਲਬ ਹੀ ਹੁੰਦਾ ਲਿਟਲ ਰੂਮ। ਉਸ ਤੋਂ ਬਾਅਦ ਹੈਗਾ ਜੀ ਲਿਊਵੈਨਹੋਕ। ਤਾਂ 1674 ਦੇ ਵਿੱਚ ਵਿਦ ਦਾ ਇੰਪਰੂਵਡ ਮਾਈਕਰੋਸਕੋਪ ਡਿਸਕਵਰਡ ਦਾ ਫ੍ਰੀ ਲਿਵਿੰਗ ਸੈੱਲ ਇਨ ਦਾ ਪੌਂਡ ਵਾਟਰ ਫॉर द ਫਸਟ ਟਾਈਮ। ਦੇਖੋ ਰੋਬਰਟ ਹੁਕ ਜਿਹੜਾ ਸੀ ਉਸਨੇ ਸਭ ਤੋਂ ਪਹਿਲਾਂ ਸੈੱਲ ਡਿਸਕਵਰ ਕੀਤਾ ਸੀ 1665 ਦੇ ਵਿੱਚ, ਪਰ ਉਹ ਸੈੱਲ ਜਿਹੜਾ ਸੀ ਉਹ ਡੈਡ ਸੈੱਲ ਸੀ। ਸੋ ਅਗਰ ਤੁਹਾਨੂੰ ਕੁਐਸਚਨ ਇਹ ਆਉਂਦਾ ਕਿ ਸਭ ਤੋਂ ਪਹਿਲਾਂ ਲਿਵਿੰਗ ਸੈੱਲ ਕਿਸਨੇ ਫਾਈਂਡ ਕੀਤਾ ਸੀ, ਉਹ ਹੁੰਦਾ ਜੀ ਲਿਊਵੈਨਹੋਕ, ਕਿਉਂਕਿ ਜਿਉਂਦਾ ਜੀਵਿਤ ਸੈੱਲ ਜਿਹੜਾ ਹੈਗਾ ਉਹ ਲਿਊਵੈਨਹੋਕ ਨੇ ਫਾਈਂਡ ਕੀਤਾ ਸੀ। ਕਿਹਦੇ ਵਿੱਚ? ਪੌਂਡ ਵਾਟਰ ਦੇ ਵਿੱਚ ਫਾਈਂਡ ਕੀਤਾ ਸੀ 1674 ਦੇ ਵਿੱਚ। ਉਸ ਟਾਈਮ ਜਿਹੜਾ ਮਾਈਕਰੋਸਕੋਪ ਸੀ ਉਹ ਵੀ ਕਾਫੀ ਇੰਪਰੂਵ ਹੋ ਚੁੱਕਿਆ ਸੀ। ਸੋ ਵਾਈਲ ਐਗਜ਼ਾਮਿਨਿੰਗ ਦਾ ਥਿਨ ਸਲਾਈਸ ਆਫ ਕੋਕ, ਰੋਬਰਟ ਹੁਕ saw that the cork resemble the structure of honeycomb consisting of many little compartments। तो उस कोक ਨੂੰ, ਉਸ ਦਰਖਤ ਦੀ ਛਾਲ ਨੂੰ ਜਦ ਰੋਬਰਟ ਹੁਕ ਨੇ ਮਾਈਕਰੋਸਕੋਪ ਦੇ ਵਿੱਚ ਦੇਖਿਆ, ਜਿਹੜਾ ਹਨੀਕੋਮ ਦੇ ਛੱਤੇ ਵਰਗਾ ਜੋ ਸਟਰਕਚਰ ਹੁੰਦਾ ਉਹਦੇ ਤਰ੍ਹਾਂ ਉਹਦੇ ਵਿੱਚ ਛੋਟੇ ਛੋਟੇ ਰੂਮ ਜਿਹੜੇ ਆ ਉਹ ਦਿਖਾਈ ਦਿੱਤੇ, ਛੋਟੇ ਛੋਟੇ ਲਿਟਲ ਕੰਪਾਰਟਮੈਂਟ ਦਿਖਾਈ ਦਿੱਤੇ। ਕੋਕ is a substance which comes from the bark of tree। This was in the year 1665 when Hooke made this chance observation through self-designed microscope। ਸੋ ਪੂਰੇ ਪੈਰਾਗ੍ਰਾਫ ਦੇ ਵਿੱਚ ਇਹ ਲਿਖਿਆ ਗਿਆ ਜੀ ਕਿ ਰੋਬਰਟ ਹੁਕ ਨੇ ਆਪਣਾ ਮਾਈਕਰੋਸਕੋਪ ਜੋ ਉਸਨੇ ਖੁਦ ਬਣਾਇਆ ਸੀ, ਉਸ ਦੇ ਵਿੱਚ ਉਸਨੇ ਦਰਖਤ ਦੀ ਛਾਲ ਨੂੰ ਦੇਖਿਆ, ਉਸ ਦੇ ਵਿੱਚ ਉਸਨੂੰ ਛੋਟੇ ਛੋਟੇ ਇੱਕ ਹਨੀਕੋਮ ਦੇ ਸਟਰਕਚਰ, ਹਨੀਕੋਮ ਦੇ ਛੱਤੇ ਵਰਗੇ ਛੋਟੇ ਛੋਟੇ ਜਿਹੜੇ ਕਮਰੇ ਦਿਖਾਈ ਦਿੱਤੇ। ਕਿਉਂਕਿ ਸੈੱਲ ਜਿਹੜਾ ਹੈ ਲੈਟਿਨ ਵਰਡ ਹੈ, ਲੈਟਿਨ ਭਾਸ਼ਾ ਦੇ ਵਿੱਚੋਂ ਆਇਆ ਹੋਇਆ ਸ਼ਬਦ ਹੈ ਸੈੱਲ, ਜਿਹਦਾ ਮਤਲਬ ਹੁੰਦਾ ਅ ਲਿਟਲ ਰੂਮ। ਕਿਉਂਕਿ ਉਹਨੂੰ ਉਸ ਸੈੱਲ ਦੇ ਵਿੱਚੋਂ, ਉਸ ਦਰਖਤ ਦੀ ਛਾਲ ਦੇ ਵਿੱਚ ਛੋਟੇ ਛੋਟੇ ਕਮਰੇ ਦਿਖਾਈ ਦਿੱਤੇ ਸੀ, ਸੋ ਉਸਨੇ ਉਸਦਾ ਨਾਮ ਦੇ ਦਿੱਤਾ ਸੈੱਲ। ਤਾਂ ਇਹ ਚੀਜ਼ ਤੁਹਾਨੂੰ ਇਹ ਚੀਜ਼ ਕਲੀਅਰ ਹੋ ਗਈ ਹੋਣੀ ਹੈ। ਸੋ ਦਿਸ ਮੇ ਸੀਮ ਟੂ ਬੀ ਅ ਵੈਰੀ ਸਮੋਲ ਐਂਡ ਇਨਸਿਗਨੀਫਿਕੈਂਟ ਇੰਸੀਡੈਂਟ ਬਟ ਇਟ ਇਜ਼ ਵੈਰੀ ਇੰਪੋਰਟੈਂਟ ਇਨ ਦ ਹਿਸਟਰੀ ਆਫ ਸਾਇੰਸ। ਹਾਲਾਂਕਿ ਕਹਿੰਦੇ ਹੋ ਸਕਦਾ ਹੈ ਜਿਹੜਾ ਇੰਸੀਡੈਂਟ ਹੈ ਕਾਫੀ ਛੋਟਾ ਹੋਵੇ, ਪਰ ਸਾਇੰਸ ਦੀ ਇਤਿਹਾਸ ਦੇ ਵਿੱਚ ਬਹੁਤ ਹੀ ਵੱਡਾ ਇੰਸੀਡੈਂਟ ਸੀਗਾ ਜਦੋਂ ਉਸਨੇ ਪਹਿਲੀ ਵਾਰ ਦਰਖਤ ਦੀ ਛਾਲ ਦੇ ਵਿੱਚ ਮਾਈਕਰੋਸਕੋਪ ਦੇ ਅੰਦਰ ਉਸਨੂੰ ਦੇਖਿਆ ਤੇ ਉਹਦੇ ਵਿੱਚ ਸੈੱਲ ਨੂੰ ਡਿਸਕਵਰ ਕੀਤਾ। This was very first time that someone had observed that living things appear to consist of separate units। ਤਾਂ ਇਹ ਪਹਿਲੀ ਵਾਰ ਸੀ ਜਦ ਕਿਸੇ ਨੇ ਇਹ ਡਿਸਕਵਰ ਕੀਤਾ ਸੀਗਾ ਕਿ ਜਿੰਨੇ ਵੀ ਸਜੀਵ ਹੈਗੇ ਨੇ ਉਹ ਛੋਟੇ ਛੋਟੇ ਯੂਨਿਟ ਤੋਂ ਮਿਲ ਕੇ ਬਣੇ ਹੋਏ ਨੇ, ਜਿਸ ਨੂੰ ਉਸਨੇ ਨਾਮ ਦਿੱਤਾ ਸੈੱਲ। ਸੈੱਲ ਕਿਸ ਤਰ੍ਹਾਂ ਦਿਖਾਈ ਦਿੰਦਾ ਉਹ ਚੀਜ਼ ਆਪਾਂ ਤੁਹਾਨੂੰ ਸ਼ੋ ਕਰੀ ਦਿੱਤੀ ਹੈ। ਦੇਖੋ ਇਸ ਤਰ੍ਹਾਂ ਦਾ ਜਿਹੜਾ ਸੈੱਲ ਆ ਉਹ ਦਿਖਾਈ ਦਿੰਦਾ। ਸੋ ਅਗਰ ਤੁਹਾਨੂੰ ਕੁਐਸਚਨ ਆਉਂਦਾ ਜੀ ਸਭ ਤੋਂ ਪਹਿਲਾਂ ਸੈੱਲ ਕਿਸਨੇ ਡਿਸਕਵਰ ਕੀਤਾ ਸੀ, ਤਾਂ ਰੋਬਰਟ ਹੁਕ ਉਸਦਾ ਨੇਮ ਆਏਗਾ। ਅਗਰ ਕੁਐਸਚਨ ਆਉਂਦਾ ਕਿ ਸਭ ਤੋਂ ਪਹਿਲਾਂ ਲਿਵਿੰਗ ਸੈੱਲ ਕਿਸਨੇ ਫਾਈਂਡ ਕੀਤਾ ਸੀ, ਤਾਂ ਉਹਦਾ ਆਨਸਰ ਆਏਗਾ ਲਿਊਵੈਨਹੋਕ। ਰੋਬਰਟ ਨੇ ਉਸਨੂੰ ਕਿੱਥੇ ਫਾਈਂਡ ਕੀਤਾ ਸੀ? ਕੋਰਕ ਦੇ ਵਿੱਚ ਫਾਈਂਡ ਕੀਤਾ ਸੀ, ਤੇ ਲਿਊਵੈਨਹੋਕ ਨੇ ਉਸਨੂੰ ਇੱਕ ਪੌਂਡ ਵਾਟਰ ਦੇ ਵਿੱਚ ਫਾਈਂਡ ਕੀਤਾ ਸੀ। ਰੋਬਰਟ ਹੁਕ ਨੇ ਸਭ ਤੋਂ ਪਹਿਲਾਂ ਸੈੱਲ ਦੀ ਡਿਸਕਵਰੀ 1665 ਦੇ ਵਿੱਚ ਕੀਤੀ ਸੀ, ਤੇ ਲਿਊਵੈਨਹੋਕ ਨੇ ਇਸ ਦੀ ਸਭ ਤੋਂ ਪਹਿਲਾਂ ਜਿਹੜੀ ਡਿਸਕਵਰੀ ਆ ਉਹ 1674 ਦੇ ਵਿੱਚ ਕੀਤੀ ਸੀ। ਆਈ ਥਿੰਕ ਇਹ ਚੀਜ਼ ਤੁਹਾਨੂੰ ਇੱਥੇ ਤੱਕ ਕਲੀਅਰ ਹੋਏਗੀ। ਹਾਂਜੀ, ਉਸ ਤੋਂ ਬਾਅਦ ਦਿੱਤੀ ਗਈ ਸੈੱਲ ਥਿਊਰੀ। ਹੁਣ ਆਪਾਂ ਗੱਲ ਕਰਦੇ ਹਾਂ ਕਿ ਸੈੱਲ ਥਿਊਰੀ ਕਿਸਨੇ ਦਿੱਤੀ ਤੇ ਕੀ ਹੁੰਦੀ ਹੈ ਸੈੱਲ ਥਿਊਰੀ।
ਸੈੱਲ ਥਿਊਰੀ ਦੈਟ ਆਲ ਦਾ ਪਲਾਂਟ, ਸੈੱਲ ਥਿਊਰੀ ਕੀ ਹੈ? ਸਭ ਤੋਂ ਪਹਿਲਾਂ ਆਪਾਂ ਸੈੱਲ ਥਿਊਰੀ ਬਾਰੇ ਗੱਲ ਕਰਦੇ ਹਾਂ। ਸੈੱਲ ਥਿਊਰੀ ਹੈ ਕਿ ਸਾਰੇ ਹੀ ਪਲਾਂਟਸ ਔਰ ਐਨੀਮਲਸ ਜਿੰਨੇ ਹੈਗੇ ਨੇ ਆਰ ਕੰਪੋਜ਼ਡ ਆਫ ਸੈੱਲਸ, ਕਿ ਜਿੰਨੇ ਵੀ ਪਲਾਂਟਸ ਹੈ, ਜਿੰਨੇ ਵੀ ਪੌਦੇ ਹੈ, ਜਿੰਨੇ ਵੀ ਜਾਨਵਰ ਹੈ, ਉਹ ਸਾਰੇ ਸੈੱਲ ਦੇ ਬਣੇ ਹੋਏ ਨੇ। ਐਂਡ ਦੈਟ ਦਾ ਸੈੱਲ ਇਜ਼ ਦਾ ਬੇਸਿਕ ਯੂਨਿਟ ਆਫ ਲਾਈਫ। ਤੇ ਸੈੱਲ ਕੀ ਹੈ? ਇੱਕ ਬੇਸਿਕ ਯੂਨਿਟ ਆਫ ਲਾਈਫ ਹੈ, ਕਿਉਂਕਿ ਸਾਰੇ ਸਜੀਵ ਜਿਹੜੇ ਆ ਉਹ ਸੈੱਲ ਤੋਂ ਬਣੇ ਹੋਏ ਨੇ। ਸੈੱਲ ਨੂੰ ਜੁੜ ਕੇ ਸੈੱਲ ਬਣਦਾ ਹੈ ਤੇ ਇਸ ਤਰ੍ਹਾਂ ਇੱਕ ਸਜੀਵ ਅੱਗੇ ਜਾ ਕੇ ਬਣਦਾ ਹੈ। ਸੋ ਇਸ ਕਰਕੇ ਇਸਨੂੰ ਬੇਸਿਕ ਯੂਨਿਟ ਕਿਹਾ ਜਾਂਦਾ ਲਾਈਫ ਦਾ। ਪਲੱਸ ਜਿੰਨੇ ਵੀ ਪਲਾਂਟਸ ਔਰ ਐਨੀਮਲਸ ਨੇ ਉਹ ਸੈੱਲ ਤੋਂ ਬਣੇ ਹੋਏ ਨੇ। ਇਹ ਜਿਹੜੀ ਸੈੱਲ ਥਿਊਰੀ ਸੀ ਇਹ ਕਿਸਨੇ ਪ੍ਰੈਜ਼ੈਂਟ ਕੀਤੀ ਸੀ? ਇਹ ਦਿੱਤੀ ਸੀ ਜੀ ਟੂ ਬਾਇਓਲੋਜਿਸਟ ਸੀ, ਸ਼ਲੇਡਨ ਐਂਡ ਸ਼ਵਾਨ, 1838 ਤੇ 1839। ਇਹਨਾਂ ਨੇ ਇਹ ਜਿਹੜੀ ਸੈੱਲ ਥਿਊਰੀ ਦਿੱਤੀ ਹੈ। ਤੇ ਇਹ ਚੀਜ਼ ਤੁਸੀਂ ਯਾਦ ਰੱਖਿਓ, ਇਹ ਕੁਐਸਚਨ ਅਕਸਰ ਇਹਨਾਂ ਤੇ ਪੁੱਛ ਲਿਆ ਜਾਂਦਾ ਹੈ ਕਿ ਇਹਨਾਂ ਨੇ ਕਿਹੜੀ ਸੈੱਲ ਥਿਊਰੀ ਦਿੱਤੀ ਸੀ। ਇਹਨਾਂ ਨੇ ਦੋ ਗੱਲਾਂ ਕਹੀਆਂ ਸੀ ਕਿ ਪਲਾਂਟਸ ਔਰ ਐਨੀਮਲਸ, ਜਿੰਨੇ ਵੀ ਪਲਾਂਟ ਔਰ ਐਨੀਮਲਸ ਨੇ ਉਹ ਸਾਰੇ ਸੈੱਲ ਦੇ ਬਣੇ ਹੋਏ ਨੇ। ਪਲੱਸ ਸੈੱਲ ਜਿਹੜਾ ਹੈ ਉਹ ਇੱਕ ਲਾਈਫ ਦਾ ਬੇਸਿਕ ਯੂਨਿਟ ਹੈ। ਇਟ ਇਜ਼ ਅ ਬੇਸਿਕ ਯੂਨਿਟ ਆਫ ਲਾਈਫ। ਇਹ ਦੋ ਗੱਲਾਂ ਇਹਨਾਂ ਨੇ ਕਹੀ ਸੀ, ਇਸ ਚੀਜ਼ ਨੂੰ ਯਾਦ ਰੱਖਣਾ। ਦ ਸੈੱਲ ਥਿਊਰੀ ਵਾਜ਼ ਫਰਦਰ ਐਕਸਪਲੇਨਡ। ਇਸ ਤੇ ਇੰਪੋਰਟੈਂਟ ਕੁਐਸਚਨ ਆਉਂਦਾ ਜੀ ਕਿ ਸੈੱਲ ਥਿਊਰੀ ਨੂੰ ਬਾਅਦ ਦੇ ਵਿੱਚ ਫਰਦਰ ਐਕਸਪਲੇਨ ਕੀਤਾ ਸੀ। ਉਸ 'ਚੋਂ ਇੱਕ ਹੋਰ ਚੀਜ਼ ਜਿਹੜੀ ਉਹ ਐਡ ਕੀਤੀ ਗਈ ਸੀ। ਕਿਸ ਨੇ ਐਡ ਕੀਤੀ ਸੀ? ਵਿਰਚੋ ਨੇ ਕੀਤੀ ਸੀ 1855 ਦੇ ਵਿੱਚ। ਤੇ ਕੀ ਕਿਹਾ ਸੀ? all cells arise from pre-existing cells। ਤਾਂ ਜਿੰਨੇ ਵੀ ਸੈੱਲ, ਨਵਾਂ ਸੈੱਲ ਜਿਹੜਾ ਹੈਗਾ ਉਹ ਪੁਰਾਣਾ ਜੋ ਆਲਰੇਡੀ ਸੈੱਲ ਹੈ ਉਸ ਤੋਂ ਹੀ ਬਣਦਾ ਹੈ, ਉਸ ਤੋਂ ਹੀ ਉਪਜਦਾ ਹੈ। ਸੋ ਇਹ ਗੱਲ ਜਿਹੜੀ ਹੈ ਵਿਰਚੋ ਨੇ ਕਹੀ ਸੀ ਕਿ ਪ੍ਰੀ ਐਗਜ਼ਿਸਟਿੰਗ ਸੈੱਲ ਤੋਂ ਹੀ ਨਵਾਂ ਸੈੱਲ ਬਣੇਗਾ। ਇਹ ਸੈੱਲ ਥਿਊਰੀ ਦੇ ਵਿੱਚ ਉਸਨੇ ਐਡ ਕੀਤਾ ਸੀ। ਸੋ ਸੈੱਲ ਥਿਊਰੀ ਦੇ ਵਿੱਚ ਟੋਟਲ 3 ਗੱਲਾਂ ਹੋ ਚੁੱਕੀਆਂ। ਪਹਿਲੀ ਇਹ ਕਿ ਸਾਰੇ ਪਲਾਂਟਸ ਐਂਡ ਐਨੀਮਲਸ ਜਿਹੜੇ ਨੇ ਉਹ ਸੈੱਲ ਤੋਂ ਬਣੇ ਹੋਏ ਨੇ। ਦੂਸਰੀ, ਸੈੱਲ ਇਜ਼ ਅ ਬੇਸਿਕ ਯੂਨਿਟ ਆਫ ਲਾਈਫ। ਤੇ ਤੀਸਰੀ ਜਿਹੜੀ ਵਿਰਚੋ ਨੇ ਐਡ ਕੀਤੀ ਸੀ ਕਿ ਪੁਰਾਣੇ ਸੈੱਲ ਤੋਂ ਹੀ ਨਵੇਂ ਸੈੱਲ ਆਉਂਦੇ ਨੇ। ਤੇ ਇਹ ਚੀਜ਼ ਹੁਣ ਇੱਥੇ ਕਲੀਅਰ ਹੋ ਗਈ ਹੈ। ਰੋਬਰਟ ਹੁਕ ਦੇ ਟਾਈਮ ਜਿਹੜਾ ਮਾਈਕਰੋਸਕੋਪ ਸੀ, ਪ੍ਰਿਮਿਟਿਵ ਮਾਈਕਰੋਸਕੋਪ ਸੀ, ਇੰਨਾ ਅੱਛਾ ਐਡਵਾਂਸ ਮਾਈਕਰੋਸਕੋਪ ਨਹੀਂ ਸੀ। ਲਿਊਵੈਨ ਹੁਕ ਦੇ ਟਾਈਮ ਥੋੜਾ ਹੋਰ ਇੰਪਰੂਵ ਜਿਹੜਾ ਮਾਈਕਰੋਸਕੋਪ ਹੋ ਚੁੱਕਿਆ ਸੀ। ਤੇ ਉਸ ਤੋਂ ਬਾਅਦ ਮਾਈਕਰੋਸਕੋਪ ਜਿਹੜਾ ਹੈ ਇਲੈਕਟ੍ਰੋਨ ਮਾਈਕਰੋਸਕੋਪ ਆ ਗਿਆ ਸੀ 1940 ਦੇ ਵਿੱਚ। ਇਟ ਵਾਜ਼ ਪੋਸੀਬਲ ਟੂ ਓਬਜ਼ਰਵ ਐਂਡ ਅੰਡਰਸਟੈਂਡ ਦ ਕੰਪਲੈਕਸ ਸਟਰਕਚਰ ਆਫ ਦ ਸੈੱਲ ਐਂਡ ਇਟਸ ਵੇਰੀਅਸ ਆਰਗੇਨੈਲਿਸ। ਤੇ ਉਸ ਤੋਂ ਬਾਅਦ ਅਸੀਂ 1940 ਦੇ ਵਿੱਚ ਇਲੈਕਟ੍ਰੋਨ ਮਾਈਕਰੋਸਕੋਪ ਆ ਗਿਆ, ਤਾਂ ਅਸੀਂ ਜਿਹੜੇ ਸੈੱਲ ਹੈ ਉਸਦੇ ਬਾਰੇ ਹੋਰ ਜਿਹੜਾ ਚੰਗੀ ਤਰ੍ਹਾਂ ਸਟੱਡੀ ਕਰ ਪਾਏ ਤੇ ਸੈੱਲ ਨੂੰ ਹੋਰ ਉਹਦੇ ਅੰਦਰਲੇ ਉਹਦੇ ਭਾਗਾਂ ਨੂੰ, ਉਹਦੇ ਕੰਪਲੈਕਸ ਸਟਰਕਚਰ ਨੂੰ ਚੰਗੀ ਤਰ੍ਹਾਂ ਸਮਝ ਸਕੇ। ਤੇ ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਇੱਥੇ ਗੱਲ ਕਰਾਂਗੇ। ਤੇ ਆਈ ਹੋਪ ਤੁਹਾਨੂੰ ਇਹ ਸਾਰੀ ਚੀਜ਼ ਕਲੀਅਰ ਹੋ ਗਈ ਹੋਏਗੀ ਜਿੰਨੀ ਹੁਣ ਤੱਕ ਆਪਾਂ ਸਮਝੇ। ਇਸ ਦੇ ਪਲੀਜ਼ ਤੁਸੀਂ ਨੋਟਸ ਜਿਹੜੇ ਆ ਉਹ ਬਣਾ ਲਓ। ਨੋਟਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਪੂਰਾ ਲਿਖਣਾ ਹੈ, ਬਸ ਇਹ ਲਿਖ ਲਓ ਛੋਟੇ ਪੁਆਇੰਟਸ ਕਿ ਸਭ ਤੋਂ ਪਹਿਲਾਂ ਕਿਸਨੇ ਡਿਸਕਵਰ ਕੀਤਾ ਸੀ, ਲਿਵਿੰਗ ਸੈੱਲ ਸਭ ਤੋਂ ਪਹਿਲਾਂ ਕਿਸਨੇ ਡਿਸਕਵਰ ਕੀਤਾ ਸੀ, ਸੈੱਲ ਥਿਊਰੀ 'ਚ ਕਿਹੜੇ ਪੁਆਇੰਟਸ ਨੇ, ਕਿਸਨੇ ਦਿੱਤੀ ਸੀ, ਕਦੋਂ ਦਿੱਤੀ ਸੀ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹ ਤੁਸੀਂ ਇਸ ਦੇ ਵਿੱਚ ਨੋਟ ਕਰ ਲਓ। ਇਸ ਤੋਂ ਇਲਾਵਾ ਕੁਝ ਦੋ ਜਿਹੜੀਆਂ ਇੰਪੋਰਟੈਂਟ ਗੱਲਾਂ ਆਪਾਂ ਤੁਹਾਨੂੰ ਹੋਰ ਇੱਥੇ ਦੱਸ ਦਿੰਦੇ ਹਾਂ ਕਿ ਰੋਬਰਟ ਬਰਾਊਨ ਜਿਹੜੇ ਹੈ ਉਹ ਇੱਕ ਐਸੇ ਸਾਇੰਟਿਸਟ ਹੋਏ ਹਨ ਜਿਨ੍ਹਾਂ ਨੇ 1831 ਦੇ ਵਿੱਚ ਨਿਊਕਲੀਅਸ ਫਾਈਂਡ ਕੀਤਾ ਸੀ ਸੈੱਲ ਦੇ ਅੰਦਰ। ਹਾਲਾਂਕਿ ਜੋ ਮੈਂ ਸੈੱਲ ਨੂੰ ਡਿਟੇਲ ਦੇ ਵਿੱਚ ਪੜਾਵਾਂਗੀ ਮੈਂ ਤੁਹਾਨੂੰ ਦੱਸਾਂਗੀ ਉੱਥੇ, ਬਟ ਫਿਲਹਾਲ ਉਰੋਂ ਵੀ ਤੁਸੀਂ ਦੇਖ ਲਓ। ਰੋਬਰਟ ਬਰਾਊਨ ਨੇ ਸਭ ਤੋਂ ਪਹਿਲਾਂ ਸੈੱਲ ਦੇ ਅੰਦਰ ਨਿਊਕਲੀਅਸ ਫਾਈਂਡ ਕੀਤਾ ਸੀ 1831 ਦੇ ਵਿੱਚ। ਤੇ ਪੁਰਕਿੰਜ ਸੀਗੇ ਜਿਨ੍ਹਾਂ ਨੇ 1839 ਦੇ ਵਿੱਚ ਸੈੱਲ ਦੇ ਅੰਦਰ ਇੱਕ ਸਬਸਟਾਂਸ ਹੁੰਦਾ, ਇੱਕ ਚੀਜ਼ ਹੁੰਦੀ ਹੈ ਜੀ ਫਲੂਇਡ ਦੀ, ਜੈਲੀ ਟਾਈਪ ਇੱਕ ਚੀਜ਼ ਹੁੰਦੀ ਹੈ, ਉਸਨੂੰ ਪ੍ਰੋਟੋਪਲਾਜ਼ਮ ਦਾ ਨਾਮ ਦਿੱਤਾ ਸੀ। ਕਿਸਨੇ? ਪੁਰਕਿੰਜ ਨੇ। ਫਿਲਹਾਲ ਅਗਰ ਆਪਾਂ ਇੱਥੇ ਗੱਲ ਕਰ ਲਈਏ ਨਿਊਕਲੀਅਸ ਤੇ ਪ੍ਰੋਟੋਪਲਾਜ਼ਮ ਦੀ, ਤਾਂ ਨਿਊਕਲੀਅਸ ਤੇ ਪ੍ਰੋਟੋਪਲਾਜ਼ਮ ਦੋਨੋਂ ਹੀ ਸੈੱਲ ਦੇ ਭਾਗ ਨੇ। ਸੋ ਸੈੱਲ ਦੇ ਭਾਗਾਂ ਨੂੰ ਜਦੋਂ ਆਪਾਂ ਡਿਟੇਲ ਦੇ ਵਿੱਚ ਸਟੱਡੀ ਕਰਦੇ ਹਾਂ ਹੁਣ ਅੱਗੇ, ਤਾਂ ਉਹਦੇ ਵਿੱਚ ਤੁਹਾਨੂੰ ਇੱਕ ਕਰਕੇ ਇਸ ਚੀਜ਼ ਨੂੰ ਦੱਸਾਂਗੀ। ਤਾਂ ਸੈੱਲ ਕੀ ਹੁੰਦਾ ਹੈ, ਕਿਸਨੇ ਡਿਸਕਵਰ ਕੀਤਾ ਸੀ, ਤੇ ਸੈੱਲ ਥਿਊਰੀ ਕੀ ਹੁੰਦੀ ਹੈ ਤੇ ਕਿਸਨੇ ਦਿੱਤੀ ਸੀ। ਇਹ ਚੀਜ਼ ਜਿਹੜੀ ਹੁਣ ਤੱਕ ਤੁਹਾਡੀ ਕਲੀਅਰ ਹੋ ਗਈ ਹੋਏਗੀ। ਬਾਅਦ ਆਪਾਂ ਗੱਲ ਕਰਦੇ ਹਾਂ ਜੀ ਹੁਣ ਕਲਾਸੀਫਿਕੇਸ਼ਨ ਆਫ ਆਰਗੈਨਿਜ਼ਮਸ ਬੇਸਡ ਔਨ ਨੰਬਰ ਆਫ ਸੈੱਲਸ। ਤਾਂ ਸੈੱਲ ਥਿਊਰੀ ਦੇਖਣ ਤੋਂ ਬਾਅਦ ਹੁਣ ਆਪਾਂ ਦੇਖਦੇ ਹਾਂ ਜੀ ਆਰਗੈਨਿਜ਼ਮਸ ਨੂੰ ਨੰਬਰ ਆਫ ਸੈੱਲ ਬੇਸਿਸ 'ਤੇ ਅਗਰ ਆਪਾਂ ਕਲਾਸੀਫਾਈ ਕਰਨਾ ਹੋਵੇ, ਲਾਈਕ ਅਗਰ ਆਪਾਂ ਜੀਵਾਂ ਨੂੰ ਵੰਡਣਾ ਹੋਵੇ, ਕਲਾਸੀਫਾਈ ਕਰਨਾ ਹੋਵੇ, ਉਹਨਾਂ ਦੀ ਵੰਡ ਕਰਨੀ ਹੋਵੇ ਉਹਨਾਂ ਦੇ ਵਿੱਚ ਸੈੱਲਾਂ ਦੀ ਗਿਣਤੀ ਦੇ ਆਧਾਰ 'ਤੇ, ਤਾਂ ਦੋ ਜਿਹੜੇ ਇਹਦੇ ਵਿੱਚ ਹੋ ਸਕਦੇ ਆ, ਯੂਨੀਸੈਲੂਲਰ ਤੇ ਮਲਟੀਸੈਲੂਲਰ। ਯੂਨੀਸੈਲੂਲਰ ਕਿਹੜੇ ਹੁੰਦੇ ਆ ਜੀ? ਉਹ ਸਜੀਵ ਜਿਹੜੇ ਇੱਕ ਸੈੱਲ ਤੋਂ ਬਣਦੇ ਹਨ। ਯੂਨੀਸੈਲੂਲਰ ਕਿਹੜੇ ਹੁੰਦੇ ਆ? ਜੋ ਇੱਕ ਸੈੱਲ ਤੋਂ ਮਿਲ ਕੇ ਜਿਹੜੇ ਸਜੀਵ ਬਣਦੇ ਹਨ। ਯੂਨੀ ਦਾ ਮਤਲਬ ਇੱਕ, ਤਾਂ ਜੋ ਇੱਕ ਸੈੱਲ ਤੋਂ ਮਿਲ ਕੇ ਬਣਦੇ ਆ। ਤੇ ਦੂਸਰੇ ਜੀ ਮਲਟੀ ਸੈਲੂਲਰ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਸੈੱਲ ਤੋਂ ਮਿਲ ਕੇ ਜੋ ਜੀਵ ਬਣਦੇ ਆ ਉਹਨਾਂ ਨੂੰ ਆਪਾਂ ਕਹਿੰਦੇ ਆ ਮਲਟੀ ਸੈਲੂਲਰ। ਯੂਨੀਸੈਲੂਲਰ ਇਸਦੀ ਐਗਜ਼ਾਮਪਲਸ ਤੁਸੀਂ ਇੱਥੇ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਜੀ ਅਮੀਬਾ। ਅਮੀਬਾ ਇੱਕ ਐਸਾ ਜੀਵ ਹੈ ਜੋ ਕਿ ਇੱਕ ਸੈੱਲ ਤੋਂ ਮਿਲ ਕੇ ਬਣਿਆ ਹੈ, ਇੱਕ ਸੈੱਲ ਹੀ ਇਸ ਦੇ ਵਿੱਚ ਸਾਰੇ ਕੰਮ ਕਰਦਾ ਹੈ। ਲੇਕਿਨ ਇਸ ਦੇ ਵਿੱਚ ਕਲੇਮੀਡੋਮੋਨਸ, ਥਰਡ ਹੈ ਪੈਰੀਮੀਸ਼ੀਅਮ, ਇਸਨੂੰ ਸਲੀਪਰ ਸੈੱਲ ਵੀ ਕਿਹਾ ਜਾਂਦਾ ਹੈ, ਫੋਰਥ ਹੈ ਬੈਕਟੀਰੀਆ। ਸੋ ਇਹ ਉਹ ਐਗਜ਼ਾਮਪਲਸ ਹੈ ਜੋ ਯੂਨੀਸੈਲੂਲਰ ਹੈ, ਇੱਕ ਹੀ ਸੈੱਲ ਤੋਂ ਬਣੇ ਹੋਏ ਜੀਵ ਨੇ। ਦੂਸਰੇ ਪਾਸੇ ਆ ਜਾਂਦਾ ਆਪਣੇ ਪਾਸ ਮਲਟੀ ਸੈਲੂਲਰ। ਇਹਦੇ ਵਿੱਚ ਇਹਨਾਂ ਨੂੰ ਜਿਹੜੇ ਵੀ ਜੀਵ ਇੱਕ ਸੈੱਲ ਦੇ ਨਹੀਂ ਉਹ ਬਾਕੀ ਸਾਰੇ ਮਲਟੀ ਸੈਲੂਲਰ ਹੈ। ਉਹਦੇ ਵਿੱਚ ਜਿਵੇਂ ਆ ਜਾਂਦਾ ਜੀ ਹਿਊਮਨ, ਤਾਂ ਹਿਊਮਨ ਜੋ ਇੱਕ ਮਲਟੀ ਸੈਲੂਲਰ ਸਜੀਵ ਹੈ। ਸੈੱਲ ਨੂੰ ਸਮਝਣ ਲਈ ਇੱਕ ਚੀਜ਼ ਜਿਹੜੀ ਹੈ ਤੁਸੀਂ ਉਹ ਸਮਝਣੀ ਪਏਗੀ, ਕਿਉਂ ਸੈੱਲ ਨੂੰ ਲਾਈਫ ਦਾ ਫੰਡਾਮੈਂਟਲ ਯੂਨਿਟ ਜਿਹੜਾ ਕਿਹਾ ਜਾਂਦਾ ਹੈ। ਦੇਖੋ ਅਗਰ ਆਪਾਂ ਇੱਕ ਦੀਵਾਰ ਦੀ ਗੱਲ ਕਰ ਲਈਏ ਤਾਂ ਇੱਕ ਦੀਵਾਰ ਜਿਹੜੀ ਹੈ ਇੱਕ ਇੱਟ ਨੂੰ ਜੋੜ ਕੇ ਜਿਹੜੀ ਹੈ ਦੀਵਾਰ ਬਣਦੀ ਹੈ। ਤਾਂ ਜਿਵੇਂ ਇੱਕ ਦੀਵਾਰ ਦੀ ਬੇਸਿਕ ਯੂਨਿਟ ਗੱਲ ਕਰ ਲਈਏ ਤਾਂ ਇੱਕ ਇੱਟ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਜੀਵ ਹੈ, ਜਿਹੜਾ ਸਜੀਵ ਹੈ, ਉਹ ਬਣਿਆ ਹੋਇਆ ਉਹ ਅਲੱਗ-ਅਲੱਗ ਸੈੱਲਾਂ ਨੂੰ ਜੋੜ ਕੇ ਇੱਕ ਪੂਰਾ ਸਜੀਵ ਬਣਦਾ ਹੈ। ਸੋ ਇਸ ਤਰ੍ਹਾਂ ਸੈੱਲ ਜਿਹੜਾ ਹੈਗਾ
ਉਹ ਇੱਕ ਸਜੀਵ ਦੀ ਬੇਸਿਕ ਫੰਡਾਮੈਂਟਲ ਯੂਨਿਟ ਹੋ ਗਿਆ। ਤਾਂ ਇਸ ਨੂੰ ਇਸ ਤਰ੍ਹਾਂ ਆਪਾਂ ਇਸ ਨਾਲ ਕੰਪੇਅਰ ਕਰ ਸਕਦੇ ਹਾਂ, ਜਿਵੇਂ ਪੂਰੀ ਇੱਕ ਦੀਵਾਰ ਇੱਕ ਇੱਕ ਇੱਟ ਤੋਂ ਮਿਲ ਕੇ ਬਣਦੀ ਹੈ, ਉਸੇ ਤਰ੍ਹਾਂ ਜਿਹੜਾ ਇੱਕ ਸਜੀਵ ਹੈ ਉਹ ਇੱਕ ਇੱਕ ਸੈੱਲ ਤੋਂ ਮਿਲ ਕੇ ਬਣਦਾ ਹੈ। ਲੇਕਿਨ ਹੁਣ ਜਿਵੇਂ ਜਿਵੇਂ ਆਪਾਂ ਡਿਸਕਵਰੀ ਕਰਦੇ ਗਏ ਤਾਂ ਸਾਡੇ ਪਾਸ ਮਾਈਕਰੋਸਕੋਪ ਜਿਹੜੇ ਉਹ ਅੱਛੇ ਆਉਂਦੇ ਗਏ, ਇਸ ਤੋਂ ਸਾਨੂੰ ਪਤਾ ਲੱਗਿਆ ਗਿਆ ਇਸ ਤਰ੍ਹਾਂ ਦੇ ਵੀ ਸਜੀਵ ਹੈ ਜੋ ਜਿਹੜੇ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਆਪਣੀ ਸਾਰੀਆਂ ਕਿਰਿਆਵਾਂ ਕਰਨ ਦੇ ਲਈ, ਇੱਕ ਚੰਗੀ ਤਰ੍ਹਾਂ ਜਿਉਣ ਦੇ ਲਈ ਉਸਨੂੰ ਬਹੁਤ ਸਾਰੇ ਸੈੱਲ ਦੀ ਜ਼ਰੂਰਤ ਹੈ। ਬਹੁਤ ਸਾਰੇ ਸਜੀਵ ਇੱਦਾਂ ਦੇ ਵੀ ਹੈਗੇ ਆ ਜੋ ਇੱਕ ਹੀ ਸੈੱਲ ਦੇ ਬਣੇ ਹੋਏ ਆ ਤੇ ਇੱਕ ਹੀ ਸੈੱਲ ਉਹਨਾਂ ਸਜੀਵਾਂ ਦੇ ਵਿੱਚ ਉਹ ਸਾਰੀਆਂ ਕਿਰਿਆਵਾਂ ਕਰਦਾ ਤੇ ਉਹਨਾਂ ਨੂੰ ਜਿਉਂਦੇ ਰੱਖਦਾ। ਅਗਰ ਆਪਾਂ ਇੱਕ ਸੈੱਲ ਵਾਲੇ ਸਜੀਵਾਂ ਦੀ ਗੱਲ ਕਰ ਲਈਏ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਪਾਸ ਆਉਂਦਾ ਜੀ ਅਮੀਬਾ, ਜਿਵੇਂ ਆਪਾਂ ਤੁਹਾਨੂੰ ਐਗਜ਼ਾਮਪਲ ਦੇ ਵਿੱਚ ਦੱਸਿਆ ਹੀ। ਦੂਸਰੇ ਪਾਸੇ ਆਪਣੇ ਪਾਸ ਇਹਦੇ ਵਿੱਚ ਹੋਰ ਜਿਹੜੇ ਹੈਗੇ ਆ ਉਹ ਆ ਜਾਂਦਾ ਜੀ ਕਲਾਈਮੇਡੋਮੋਨਸ, ਪੈਰਾਮੀਸ਼ੀਅਮ, ਬੈਕਟੀਰੀਆ। ਇਹ ਸਾਰੇ ਆਰਗੈਨਿਜ਼ਮਸ ਜਿਹੜੇ ਉਹ ਯੂਨੀਸੈਲੂਲਰ ਨੇ। ਉਸੇ ਤਰ੍ਹਾਂ ਹਿਊਮਨ ਬੀਂਗ ਜਿਹੜਾ ਉਹ ਮਲਟੀ ਸੈਲੂਲਰ ਹੈ, ਕਿਉਂਕਿ ਮਲਟੀ ਦਾ ਮਤਲਬ ਹੁੰਦਾ ਮੈਨੀ। ਇਸੇ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫੰਜਾਈ, ਪਲਾਂਟਸ, ਐਨੀਮਲਸ, ਇਹ ਸਾਰੇ ਜਿਹੜੇ ਆ ਮਲਟੀ ਸੈਲੂਲਰ ਹੈ। ਇਹ ਬਹੁਤ ਸਾਰੇ ਸੈੱਲਾਂ ਤੋਂ ਮਿਲ ਕੇ ਬਣਦੇ ਆ। ਲੇਕਿਨ ਇਸਦਾ ਮਤਲਬ ਇਹ ਨਹੀਂ ਕਿ ਜੇਕਰ ਉਹ ਯੂਨੀਸੈਲੂਲਰ ਹੈ ਜਾਂ ਉਹਨਾਂ ਵਿੱਚ ਇੱਕ ਹੀ ਸੈੱਲ ਹੈ ਤਾਂ ਕੁਝ ਕਿਰਿਆਵਾਂ ਘੱਟ ਕਰਦੇ ਨੇ ਜਾਂ ਕਿਸੇ ਉਹਨਾਂ ਵਿੱਚ ਕੁਝ ਕਮੀਆਂ ਨੇ। ਉਹ ਜਿੰਨੇ ਵੀ ਜਿਉਣ ਵਾਸਤੇ ਜਿੰਨੀਆਂ ਵੀ ਜ਼ਰੂਰੀ ਕਿਰਿਆਵਾਂ ਨੇ ਉਹ ਸਾਰੀਆਂ ਹੀ ਕਰਦੇ ਨੇ। ਸੋ ਫਿਲਹਾਲ ਆਪਾਂ ਦੇਖਿਆ ਕਿ ਸਜੀਵ ਜਿਹੜੇ ਨੇ ਆਰਗੈਨਿਜ਼ਮ ਜਿਹੜੇ ਨੇ ਉਹ ਦੋ ਤਰੀਕੇ ਨਾਲ ਹੋ ਸਕਦੇ ਆ। ਨੰਬਰ ਆਫ ਸੈੱਲਸ ਦੇ ਆਧਾਰ 'ਤੇ ਅਗਰ ਆਪਾਂ ਉਹਨਾਂ ਨੂੰ ਵੰਡੀਏ ਯੂਨੀਸੈਲੂਲਰ ਤੇ ਮਲਟੀ ਸੈਲੂਲਰ। ਇਸ ਤੋਂ ਇਲਾਵਾ ਆਪਾਂ ਗੱਲ ਕਰ ਲਈਏ ਕਿ ਇੱਕ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸੈੱਲ ਹੈਗੇ ਆ ਇੱਥੇ ਡਿਫਰੈਂਟ ਸੈੱਲ ਦੀ ਐਗਜ਼ਾਮਪਲਸ ਦਿੱਤੀ ਹੋਈ ਹੈ। ਸਭ ਤੋਂ ਪਹਿਲਾਂ ਹੈਗਾ ਸਮੂਥ ਮਸਲ ਸੈੱਲ। ਇੱਕ ਹਿਊਮਨ ਬੀਂਗ ਦੇ ਵਿੱਚ ਜੋ ਮਸਲ ਸੈੱਲ ਹੁੰਦਾ ਉਸਦੀ ਇੱਥੇ ਐਗਜ਼ਾਮਪਲ ਦਿੱਤੀ ਹੋਈ ਹੈ। ਇਸ ਦੀ ਸ਼ੇਪ ਤੁਸੀਂ ਦੇਖ ਸਕਦੇ ਹੋ, ਇਸ ਤਰ੍ਹਾਂ ਇੱਕ ਲੰਬੀ ਸ਼ੇਪ ਹੈ ਇਸ ਦੀ। ਤੇ ਇਸ ਤਰ੍ਹਾਂ ਤੁਸੀਂ ਬਲੱਡ ਸੈੱਲ ਦੀ ਸ਼ੇਪ ਦੇਖ ਸਕਦੇ ਹੋ, ਰਾਊਂਡ ਸ਼ੇਪ ਦੇ ਵਿੱਚ ਹੈ। ਨਰਵ ਸੈੱਲ ਦੀ ਸ਼ੇਪ ਇੱਥੇ ਤੁਸੀਂ ਦੇਖ ਸਕਦੇ ਹੋ, ਕਾਫੀ ਲੌਂਗ ਸੈੱਲ ਹੈ ਇਹ। ਅਵਮ ਸੈੱਲ ਦੇਖ ਸਕਦੇ ਹੋ, ਬੋਨ ਸੈੱਲ ਦੇਖ ਸਕਦੇ ਹੋ, ਸਪਰਮ ਸੈੱਲ, ਫੈਟ ਸੈੱਲ ਹੈ ਇਹ। ਤੇ ਇੱਥੋਂ ਹੀ ਪਤਾ ਚੱਲਦਾ ਕਿ ਸੈੱਲ ਜਿਹੜੇ ਆ ਉਹਦੀ ਕੋਈ ਵੀ ਫਿਕਸਡ ਸ਼ੇਪ ਨਹੀਂ ਹੈ। ਜਿਹੜੇ ਸੈੱਲ ਨੇ ਉਹ ਡਿਫਰੈਂਟ ਸਾਈਜ਼ ਡਿਫਰੈਂਟ ਸ਼ੇਪ ਦੇ ਹੋ ਸਕਦੇ ਨੇ। ਸ਼ੇਪ ਐਂਡ ਸਾਈਜ਼ ਆਫ ਦ ਸੈਲਸ ਆਰ ਰਿਲੇਟਡ ਟੂ ਦ ਸਪੈਸੀਫਿਕ ਫੰਕਸ਼ਨ ਦੇ ਪਰਫਾਰਮ। ਤਾਂ ਜਿਹੜੇ ਸੈੱਲ ਨੇ ਜਿਸ ਤਰ੍ਹਾਂ ਦਾ ਕੰਮ ਕਰਨਾ ਹੁੰਦਾ, ਜਿਸ ਤਰ੍ਹਾਂ ਦਾ ਫੰਕਸ਼ਨ ਕਰਨਾ ਹੁੰਦਾ, ਉਸ ਤਰ੍ਹਾਂ ਦੇ ਮੁਤਾਬਿਕ ਉਸਦਾ ਸ਼ੇਪ ਹੁੰਦਾ, ਉਸਦੀ ਸਾਈਜ਼ ਹੁੰਦੀ ਹੈ। ਸਾਰੇ ਸੈੱਲ ਆਪਸ ਦੇ ਵਿੱਚ ਸੇਮ ਸ਼ੇਪ ਸੇਮ ਸਾਈਜ਼ ਦੇ ਨਹੀਂ ਹੁੰਦੇ, ਲੇਕਿਨ ਫਿਰ ਵੀ ਇੱਕ ਕਾਮਨ ਸ਼ੇਪ ਕਾਮਨ ਸਾਈਜ਼ ਨੂੰ ਲੈ ਕੇ ਆਪਾਂ ਇਸ ਨੂੰ ਸਟੱਡੀ ਕਰਦੇ ਹਾਂ। ਬਾਕੀ ਸਾਈਜ਼ ਜਿਹੜਾ ਉਹ ਹਰ ਇੱਕ ਸੈੱਲ ਦਾ ਆਪਸ ਦੇ ਵਿੱਚ ਡਿਫਰੈਂਟ ਹੋ ਸਕਦਾ। ਸੋ ਸਮ ਸੈਲਸ ਲਾਈਕ ਅਮੀਬਾ ਹੈਵ ਚੇਂਜਿੰਗ ਸ਼ੇਪਸ। ਜਿਵੇਂ ਤੁਹਾਨੂੰ ਪਤਾ ਹੀ ਹੈ ਜੀ, ਤੁਹਾਨੂੰ ਅਮੀਬਾ ਦੇਖਿਆ, ਇਸ ਤਰ੍ਹਾਂ ਦਾ ਜਿਹੜਾ ਅਮੀਬਾ ਹੋ ਸਕਦਾ, ਯਾਨੀ ਕਿ ਉਸਦੀ ਕੋਈ ਵੀ ਫਿਕਸ ਸ਼ੇਪ ਨਹੀਂ ਹੁੰਦਾ, ਉਹ ਹਰ ਮੂਵਮੈਂਟ ਤੇ ਆਪਣੀ ਸ਼ੇਪ ਜਿਹੜਾ ਉਹ ਚੇਂਜ ਕਰਦਾ ਰਹਿੰਦਾ ਹੈ। ਇਨ ਕੇਸਿਸ ਸੈਲ ਸ਼ੇਪ ਕੁਡ ਬੀ ਮੋਰ ਔਰ ਲੈਸ ਫਿਕਸਡ ਐਂਡ ਪੈਕੂਲੀਅਰ ਫॉर ਅ ਪਾਰਟਿਕੂਲਰ ਟਾਈਪ ਆਫ ਸੈਲ। ਫॉर ਐਗਜ਼ਾਮਪਲ ਨਰਵ ਸੈਲ ਹੈਵ ਅ ਟਿਪੀਕਲ ਸ਼ੇਪ। ਤਾਂ ਜਿਵੇਂ ਅਮੀਬਾ ਆਪਾਂ ਪੜ੍ਹਿਆ ਕਿ ਆਪਣੀ ਸ਼ੇਪ ਚੇਂਜ ਕਰਦਾ ਰਹਿੰਦਾ, ਉਸੇ ਤਰ੍ਹਾਂ ਕੁਝ ਐਸੇ ਸੈਲਸ ਹੁੰਦੇ ਆ ਜਿਨ੍ਹਾਂ ਦੀ ਸ਼ੇਪ ਫਿਕਸ ਰਹਿੰਦੀ ਹੈ, ਇੱਕ ਟਿਪੀਕਲ ਸ਼ੇਪ ਹੈ, ਜਿਵੇਂ ਕਿ ਨਰਵ ਸੈਲ ਦੀ। ਹਿਊਮਨ ਬੀਂਗ ਦੇ ਵਿੱਚ ਨਰਵਸ ਹੁੰਦੀਆਂ ਨੇ, ਨਰਵਸ ਜਿਹੜੀਆਂ ਨੇ ਨਰਵ ਸੈਲ ਤੋਂ ਮਿਲ ਕੇ ਬਣਦੀਆਂ ਨੇ, ਤੇ ਨਰਵ ਸੈਲ ਦੀ ਇੱਕ ਟਿਪੀਕਲ ਸ਼ੇਪ ਹੈਗੀ ਹੈ, ਉਹ ਆਪਾਂ ਤੁਹਾਨੂੰ ਇੱਥੇ ਸ਼ੋ ਕੀਤੀ ਸੀ। ਤੇ ਇਹ ਰਹੀ ਜੀ ਉਹ ਨਰਵ ਸੈਲ। ਤੇ ਇਹ ਤੁਸੀਂ ਦੇਖ ਸਕਦੇ ਹੋ, ਇਹ ਪੂਰਾ ਲੰਬਾ ਜਿਹੜਾ ਹੈਗਾ ਇਹ ਇੱਕ ਨਰਵ ਸੈੱਲ ਹੈ। ਦੇਖਿਆ ਸੀਗਾ ਕਿ ਆਰਗੈਨਿਜ਼ਮਸ ਨੂੰ ਨੰਬਰ ਆਫ ਸੈਲਸ ਬੇਸਿਸ ਤੇ ਦੋ ਦੇ ਵਿੱਚ ਡਿਵਾਈਡ ਕੀਤਾ ਜਾ ਸਕਦਾ ਹੈ, ਯੂਨੀਸੈਲੂਲਰ ਮਲਟੀ ਸੈਲੂਲਰ। ਤੇ ਪਲੱਸ ਜਿਹੜੇ ਸੈਲਸ ਹੁੰਦੇ ਨੇ ਉਹ ਡਿਫਰੈਂਟ ਸ਼ੇਪ ਐਂਡ ਡਿਫਰੈਂਟ ਸਾਈਜ਼ ਦੇ ਹੋ ਸਕਦੇ ਆ। ਕੁਝ ਐਸੇ ਸੈਲਸ ਹੁੰਦੇ ਆ ਜੋ ਹਰ ਇੱਕ ਮੂਮੈਂਟ ਤੇ ਆਪਣੀ ਸ਼ੇਪ ਚੇਂਜ ਕਰਦੇ ਰਹਿੰਦੇ ਆ, ਲੇਕਿਨ ਕੁਝ ਐਸੇ ਸੈਲਸ ਹੁੰਦੇ ਆ ਜਿਨ੍ਹਾਂ ਦੀ ਇੱਕ ਟਿਪੀਕਲ ਸ਼ੇਪ ਹੁੰਦੀ ਹੈ, ਉਹ ਆਪਣੀ ਸ਼ੇਪ ਨੂੰ ਚੇਂਜ ਨਹੀਂ ਕਰਦੇ। ਸੋ ਹੁਣ ਤੱਕ ਦੇ ਤੁਸੀਂ ਇੱਥੇ ਕੁਐਸਚਨ ਦੇਖ ਸਕਦੇ ਹੋ, ਹੂ ਡਿਸਕਵਰਡ ਸੈਲ ਐਂਡ ਹਾਊ। ਇਸ ਚੀਜ਼ ਦੇ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਦੂਸਰਾ ਕੁਐਸਚਨ ਹੈ ਵਾਈ ਇਜ਼ ਦ ਸੈਲ ਕੋਲਡ ਦ ਸਟਰਕਚਰ ਐਂਡ ਫੰਡਾਮੈਂਟਲ ਯੂਨਿਟ ਆਫ ਲਾਈਫ। ਇਸ ਚੀਜ਼ ਬਾਰੇ ਵੀ ਆਪਾਂ ਇੱਥੇ ਡਿਸਕਸ਼ਨ ਕਰ ਚੁੱਕੇ ਹਾਂ। ਸੋ ਨੈਕਸਟ ਹੈਗਾ ਕਿ ਈਚ ਲਿਵਿੰਗ ਸੈਲ ਹੈਜ਼ ਅ ਕੈਪੈਸਿਟੀ ਟੂ ਪਰਫਾਰਮ ਸਰਟਨ ਬੇਸਿਕ ਫੰਕਸ਼ਨਸ ਦੈਟ ਆਰ ਕਰੈਕਟਰਿਸਟਿਕਸ ਆਫ ਆਲ ਲਿਵਿੰਗ ਫਾਰਮਸ। ਤਾਂ ਹਰ ਇੱਕ ਸਜੀਵ ਦੇ ਵਿੱਚ ਕੁਝ ਸੈੱਲ ਹੁੰਦੇ ਨੇ, ਹਰ ਇੱਕ ਸੈੱਲ ਦਾ ਆਪਣਾ ਕੋਈ ਬੇਸਿਕ ਫੰਕਸ਼ਨ ਹੁੰਦਾ ਹੈ, ਹਰ ਇੱਕ ਸੈੱਲ ਦਾ ਆਪਣਾ ਕੋਈ ਨਾ ਕੋਈ ਕੰਮ ਹੁੰਦਾ। ਸੋ ਹਾਊ ਡਜ਼ ਅ ਲਿਵਿੰਗ ਸੈਲ ਪਰਫਾਰਮ ਦਿਸ ਬੇਸਿਕ ਫੰਕਸ਼ਨਸ। ਤਾਂ ਇੱਕ ਸਜੀਵ ਦੇ ਅੰਦਰ ਜੋ ਇੱਕ ਸਜੀਵ ਸੈੱਲ ਹੁੰਦਾ ਉਹ ਤਰ੍ਹਾਂ ਦੇ ਕੰਮ ਕਰਦਾ, ਜਿਹਦੇ ਨਾਲ ਪੂਰਾ ਸਜੀਵ ਜਿਹੜਾ ਕੰਮ ਕਰ ਪਾਉਂਦਾ, ਪੂਰੇ ਸਜੀਵ ਚੱਲ ਪਾਉਂਦਾ। ਮੰਨ ਲਓ ਅਗਰ ਆਪਣੇ ਸਰੀਰ ਦੇ ਵਿੱਚ ਕੋਈ ਵੀ ਇੱਕ ਸੈੱਲ ਕੰਮ ਨਾ ਕਰੇ ਤਾਂ ਆਪਣਾ ਸਰੀਰ ਦਾ ਉਹ ਵਾਲਾ ਅੰਗ ਜਿਹੜਾ ਉਹ ਖੜ ਜਾਏਗਾ, ਲੇਕਿਨ ਸੈੱਲ ਕੰਮ ਕਰਦਾ ਰਹਿੰਦਾ ਹੈ। ਇਸ ਕਰਕੇ ਉਹ ਸਜੀਵ ਵੀ ਜਿਹੜਾ ਉਹ ਕੰਮ ਕਰਦਾ ਰਹਿੰਦਾ, ਕਿਉਂਕਿ ਸਜੀਵ ਬਣਿਆ ਕਿਸ ਚੀਜ਼ ਹੈ, ਸੈੱਲ ਦਾ ਹੀ ਬਣਿਆ ਹੋਇਆ। ਸੋ ਹਾਊ ਡਜ਼ ਅ ਲਿਵਿੰਗ ਸੈੱਲ ਪਰਫਾਰਮ ਦਿਸ ਬੇਸਿਕ ਫੰਕਸ਼ਨਸ। ਤਾਂ ਜਿਹੜਾ ਸੈੱਲ ਆਪਣੇ ਬੇਸਿਕ ਫੰਕਸ਼ਨ ਪਰਫਾਰਮ ਕਰਦਾ ਉਹ ਕਿਵੇਂ ਕਰਦਾ। ਫੋਰ ਐਗਜ਼ਾਮਪਲ ਦੇਖੋ, ਵੀ ਨੋ ਦੈਟ ਦੇਰ ਇਜ਼ ਅ ਡਿਵੀਜ਼ਨ ਆਫ ਲੇਬਰ ਇਨ ਅ ਮਲਟੀ ਸੈਲੂਲਰ। ਇਸ ਚੀਜ਼ ਨੂੰ ਤੁਸੀਂ ਸਮਝੋ ਕਿ ਇੱਕ ਸਜੀਵ ਦੇ ਵਿੱਚ ਸੈੱਲ ਕਿਸ ਤਰ੍ਹਾਂ ਕੰਮ ਕਰਦਾ ਹੈ। ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਸਕੂਲ ਦੀ ਐਗਜ਼ਾਮਪਲ ਆਪਾਂ ਲੈ ਲੈਂਦੇ ਹਾਂ। ਇੱਕ ਸਕੂਲ ਦੇ ਵਿੱਚ ਅਲੱਗ-ਅਲੱਗ ਸਟਾਫ ਰੱਖਿਆ ਹੁੰਦਾ ਹੈ। ਸਕੂਲ ਦੇ ਵਿੱਚ ਇੱਕ ਪ੍ਰਿੰਸੀਪਲ ਹੁੰਦਾ, ਇੱਕ ਟੀਚਰ ਹੁੰਦਾ, ਇੱਕ ਕਲਰਕ ਹੁੰਦਾ, ਇੱਕ ਪਿਓਨ ਹੁੰਦਾ। ਅਲੱਗ-ਅਲੱਗ ਸਟਾਫ ਜਿਹੜਾ ਉਹਦੇ ਵਿੱਚ ਰੱਖੇ ਹੁੰਦੇ ਨੇ। ਹਰ ਇੱਕ ਵਿਅਕਤੀ ਦਾ, ਜੋ ਇੱਕ ਸਕੂਲ ਦੇ ਵਿੱਚ ਕਾਫੀ ਸਾਰੇ ਵਿਅਕਤੀ ਹੁੰਦੇ ਨੇ, ਹਰ ਇੱਕ ਵਿਅਕਤੀ ਦਾ ਜਿਹੜਾ ਹੈ ਉੱਥੇ ਡਿਫਰੈਂਟ ਫੰਕਸ਼ਨ ਹੁੰਦਾ। ਪਿਓਨ ਦਾ ਅਲੱਗ ਕੰਮ ਹੁੰਦਾ, ਕਲਰਕ ਦਾ ਕੰਮ ਅਲੱਗ ਹੁੰਦਾ, ਪ੍ਰਿੰਸੀਪਲ ਦਾ ਅਲੱਗ ਹੁੰਦਾ, ਟੀਚਰਸ ਦਾ ਅਲੱਗ ਹੁੰਦਾ। ਸਭ ਦੇ ਆਪਣੇ ਕੰਮ ਹੁੰਦੇ ਨੇ। ਹਰ ਕੋਈ ਆਪਣੇ ਕੰਮ ਦੇ ਵਿੱਚ ਪਰਫੈਕਟ ਹੁੰਦਾ, ਮਾਸਟਰ ਹੁੰਦਾ, ਐਕਸਪਰਟ ਹੁੰਦਾ। ਤੇ ਸਾਰੇ ਜਦੋਂ ਮਿਲ ਕੇ ਇਕੱਠੇ ਕੰਮ ਕਰਦੇ ਨੇ ਤਦ ਹੀ ਪੂਰਾ ਸਕੂਲ ਜਿਹੜਾ ਉਹ ਵਰਕ ਕਰ ਪਾਉਂਦਾ। ਇਸੇ ਤਰ੍ਹਾਂ ਸਾਡੀ ਬੋਡੀ ਦੇ ਵਿੱਚ ਹੁੰਦਾ, ਬੋਡੀ ਦੇ ਵਿੱਚ ਬਹੁਤ ਸਾਰੇ ਸੈੱਲ ਹੁੰਦੇ ਨੇ। ਹਰ ਇੱਕ ਸੈੱਲ ਆਪਣਾ ਫੰਕਸ਼ਨ ਕਰਨ ਦੇ ਵਿੱਚ ਐਕਸਪਰਟ ਹੁੰਦਾ, ਉਸਨੂੰ ਇੱਕ ਪਾਰਟਿਕੂਲਰ ਕੰਮ ਦਿੱਤਾ ਜਾਂਦਾ ਹੈ ਤੇ ਉਹ ਕੰਮ ਕਰਦਾ। ਤੇ ਸਾਰੇ ਜਦੋਂ ਮਿਲ ਕੇ ਇਕੱਠੇ ਕੰਮ ਕਰਦੇ ਨੇ, ਕੋਆਰਡੀਨੇਸ਼ਨ ਦੇ ਵਿੱਚ ਕੰਮ ਕਰਦੇ ਨੇ, ਤਾਂ ਹੀ ਪੂਰਾ ਸਜੀਵ ਜਿਹੜਾ ਉਹ ਕੰਮ ਕਰ ਪਾਉਂਦਾ, ਪੂਰਾ ਲਿਵਿੰਗ ਆਰਗੈਨਿਜ਼ਮ ਜਿਹੜਾ ਸਹੀ ਤਰੀਕੇ ਨਾਲ ਚੱਲ ਪਾਉਂਦਾ।
ਤੇ ਤੁਸੀਂ ਤੇ ਉਹੀ ਐਗਜ਼ਾਮਪਲ ਜਿਹੜੀ ਤੁਸੀਂ ਦੇਖ ਸਕਦੇ ਹੋ, ਵੀ ਨੋ ਦੈਟ ਦੇਰ ਇਜ਼ ਅ ਡਿਵੀਜ਼ਨ ਆਫ ਲੇਬਰ। ਤੇ ਇਹਦੇ ਵਿੱਚ ਕੀ ਹੁੰਦਾ, ਹਰ ਇੱਕ ਸੈੱਲ, ਜਿਵੇਂ ਸਕੂਲ ਦੇ ਵਿੱਚ ਲੇਬਰ ਦੀ ਕੰਮ ਦੀ ਡਿਵੀਜ਼ਨ ਕੀਤੀ ਹੋਈ ਸੀ ਕਿ ਤੈਨੇ ਇਹ ਕੰਮ ਕਰਨਾ ਹੈ, ਤੈਨੇ ਇਹ ਕੰਮ ਕਰਨਾ ਹੈ, ਹਰ ਇੱਕ ਨੂੰ ਉਸਦਾ ਕੰਮ ਵੰਡਿਆ ਹੋਇਆ ਸੀ। ਇਸੇ ਤਰ੍ਹਾਂ ਇੱਕ ਮਲਟੀ ਸੈਲੂਲਰ ਔਰਗੈਨਿਜ਼ਮ ਦੇ ਵਿੱਚ, ਜਿਹਦੇ ਵਿੱਚ ਬਹੁਤ ਸਾਰੇ ਸੈੱਲਸ ਹੁੰਦੇ ਨੇ, ਉਹਨੂੰ ਬਹੁਤ ਸਾਰੇ ਉੱਥੇ ਸੈੱਲਸ ਨੂੰ ਉਹਨਾਂ ਦਾ ਕੰਮ, ਉਹਨਾਂ ਦਾ ਲੇਬਰ ਜਿਹੜੀ ਆ ਉਹ ਡਿਵੀਜ਼ਨ ਕੀਤੀ ਹੁੰਦੀ ਆ, ਸੱਚ ਐਜ਼ ਇਨ ਹਿਊਮਨ ਬੀਂਗ। ਦਿਸ ਮੀਨਸ ਦੈਟ ਡਿਫਰੈਂਟ ਪਾਰਟਸ ਆਫ ਦ ਹਿਊਮਨ ਬੋਡੀ ਪਰਫੋਰਮ ਡਿਫਰੈਂਟ ਫੰਕਸ਼ਨਸ। ਅਗਰ ਆਪਾਂ ਹਿਊਮਨ ਬੋਡੀ ਦੀ ਗੱਲ ਕਰ ਲਈਏ, ਹਿਊਮਨ ਬੋਡੀ ਦੇ ਵਿੱਚ ਡਿਫਰੈਂਟ ਫੰਕਸ਼ਨਸ ਹੁੰਦੇ ਨੇ, ਹਰ ਇੱਕ ਸੈੱਲ ਦਾ ਆਪਣਾ ਇੱਕ ਕੰਮ ਹੁੰਦਾ ਹੈ। ਹੁਣ ਹੱਥਾਂ ਦਾ ਜੋ ਕੰਮ ਹੈ ਉਹ ਹੱਥਾਂ ਦਾ ਹੈ, ਦਿਲ ਦਾ ਜੋ ਕੰਮ ਹੈ ਉਹ ਦਿਲ ਦਾ ਹੈ, ਸਟਮਕ ਦਾ ਕੰਮ ਸਟਮਕ ਦਾ ਹੈ, ਲੀਵਰ ਦਾ ਕੰਮ ਲੀਵਰ ਕਰਦਾ ਹੈ, ਬ੍ਰੇਨ ਦਾ ਕੰਮ ਬ੍ਰੇਨ ਕਰਦਾ ਹੈ। ਤਾਂ ਹਰ ਇੱਕ ਪਾਸੇ ਇੱਕ ਡਿਫਰੈਂਟ ਟਾਈਪ ਆਫ ਸੈੱਲਸ ਲੱਗੇ ਹੋਏ ਨੇ, ਉਹਨਾਂ ਦਾ ਕੰਮ ਜਿਹੜਾ ਆਪਣੇ ਆਪ ਦੇ ਵਿੱਚ ਡਿਫਰੈਂਟ ਹੈ। ਬ੍ਰੇਨ ਦਾ ਕੰਮ ਉਹ ਜਾਣਦੇ ਨੇ, ਦਿਲ ਦਾ ਕੰਮ ਦਿਲ ਵਾਲੇ ਸੈੱਲ ਜਾਣਦੇ ਨੇ, ਲੀਵਰ ਵਾਲੇ ਸੈੱਲ ਲੀਵਰ ਵਾਲਾ ਜਾਣਦੇ ਨੇ। ਤਾਂ ਇਹ ਸਾਰੇ ਜਿਹੜੇ ਹੈਗੇ ਨੇ ਉਹ ਆਪਣੇ ਆਪਣੇ ਕੰਮ ਦੇ ਵਿੱਚ ਐਕਸਪਰਟ ਨੇ। ਅਤੇ ਜਦੋਂ ਇਹ ਕੋਆਰਡੀਨੇਸ਼ਨ ਦੇ ਵਿੱਚ ਸਾਰੇ ਕੰਮ ਕਰਦੇ ਨੇ, ਆਪਣਾ ਆਪਣਾ ਕੰਮ ਸਹੀ ਢੰਗ ਨਾਲ ਕਰਦੇ ਨੇ, ਸਹੀ ਸਮੇਂ 'ਤੇ ਕਰਦੇ ਨੇ, ਤਦ ਇਹ ਸਾਰੀ ਜਿਹੜੀ ਸਾਡੀ ਬੋਡੀ ਆ ਉਹ ਸਹੀ ਤਰੀਕੇ ਨਾਲ ਵਰਕ ਕਰਦੀ ਹੈ। ਅਗਰ ਇੱਕ ਵੀ ਸੈੱਲ ਦੇ ਕੰਮ ਦੇ ਵਿੱਚ, ਫੰਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਆ ਜਾਂਦੀ ਹੈ ਤਾਂ ਸਾਨੂੰ ਪੂਰੀ ਬੋਡੀ ਨੂੰ ਉਸਦਾ ਜਿਹੜਾ ਉਹਦੇ ਵਿੱਚ ਸਿੰਕਰਨਾਈਜੇਸ਼ਨ 'ਚ ਕੋਆਰਡੀਨੇਸ਼ਨ ਜਿਹੜੀ ਉਹ ਹਿੱਲ ਜਾਂਦੀ ਹੈ ਅਤੇ ਆਪਾਂ ਨੂੰ ਜਿਹੜਾ ਪ੍ਰੋਬਲਮ ਆ ਜਾਂਦੀ ਹੈ। ਸੋ ਇੱਕ ਲਿਵਿੰਗ ਔਰਗੈਨਿਜ਼ਮ, ਅਗਰ ਤੁਸੀਂ ਹਿਊਮਨ ਬੀਇੰਗ ਨੂੰ ਸੋਚੋ, ਇੱਕ ਇਨਸਾਨ ਨੂੰ ਸੋਚੋ, ਤਾਂ ਉਹਦੇ ਵਿੱਚ ਕਿਵੇਂ ਕੰਮ ਹੋ ਰਿਹਾ। ਹਰ ਇੱਕ ਸੈੱਲ ਨੂੰ ਆਪਣਾ ਇੱਕ ਕੰਮ ਵੰਡਿਆ ਹੋਇਆ, ਹਰ ਇੱਕ ਸੈੱਲ ਆਪਣਾ ਆਪਣਾ ਕੰਮ ਕਰਦਾ ਹੈ, ਸਹੀ ਤਰੀਕੇ ਨਾਲ ਕਰਦਾ ਹੈ, ਅਤੇ ਇਸੇ ਤਰ੍ਹਾਂ ਹੀ ਪੂਰਾ ਸਜੀਵ ਜਿਹੜਾ ਉਹ ਕੰਮ ਕਰਦਾ। ਦੇਖੋ ਫੋਰ ਐਗਜ਼ਾਮਪਲ, ਦ ਹਿਊਮਨ ਬੋਡੀ ਹੈਜ਼ ਅ ਹਾਰਟ ਟੂ ਪੰਪ ਬਲੱਡ। ਅਤੇ ਹਿਊਮਨ ਬੋਡੀ ਦੇ ਵਿੱਚ ਹਾਰਟ ਦਾ ਕੰਮ ਕੀ ਹੈ? ਬਲੱਡ ਨੂੰ ਪੰਪ ਕਰਨਾ। ਇਸੇ ਤਰ੍ਹਾਂ ਸਟਮਕ ਦਾ ਕੀ ਕੰਮ ਹੈ? ਫੂਡ ਨੂੰ ਡਾਈਜੈਸਟ ਕਰਨਾ। ਠੀਕ ਹੈ, ਤਾਂ ਇਸੇ ਤਰ੍ਹਾਂ ਹਰ ਇੱਕ ਔਰਗਨ ਦਾ ਆਪਣਾ ਆਪਣਾ ਕੰਮ ਵੰਡਿਆ ਹੋਇਆ। ਔਰਗਨ ਵੀ ਅੱਗੇ ਕਿਸ ਚੀਜ਼ ਦੇ? ਸੈੱਲ ਦੀ ਬਣੇ ਹੋਏ ਆ। ਸੋ ਬੇਸਿਕ ਯੂਨਿਟ ਤਾਂ ਕੀ ਹੈ? ਸੈੱਲ ਹੀ ਹੈ ਨਾ। ਹਰ ਇੱਕ ਸੈੱਲ ਨੂੰ ਆਪਣਾ ਕੰਮ ਵੰਡਿਆ ਹੋਇਆ, ਹਰ ਇੱਕ ਸੈੱਲ ਆਪਣਾ ਕੰਮ ਕਰਦਾ ਅਤੇ ਉਸੇ ਨਾਲ ਹੀ ਪੂਰੀ ਬੋਡੀ ਸਹੀ ਤਰੀਕੇ ਨਾਲ ਵਰਕ ਕਰਦੀ ਹੈ। ਹੁਣ ਤੁਹਾਡਾ ਤੇ ਕੁਐਸਚਨ ਹੋਏਗਾ ਕਿ ਮਲਟੀ ਸੈਲੂਲਰ ਔਰਗੈਨਿਜ਼ਮ ਦੇ ਵਿੱਚ ਤਾਂ ਸਮਝ ਆ ਗਿਆ ਕਿ ਬਹੁਤ ਸਾਰੇ ਸੈੱਲ ਨੇ, ਹਰ ਇੱਕ ਨੂੰ ਆਪਣਾ ਆਪਣਾ ਕੰਮ ਵੰਡਿਆ ਹੋਇਆ, ਹਰ ਕੋਈ ਆਪਣਾ ਆਪਣਾ ਕੰਮ ਕਰਦਾ ਹੈ, ਵਧੀਆ ਤਰੀਕੇ ਨਾਲ ਕਰਦਾ ਹੈ, ਤਦ ਇੱਕ ਸਜੀਵ ਜਿਹੜਾ ਉਹ ਚੱਲ ਪਾਉਂਦਾ। ਲੇਕਿਨ ਉਹਨਾਂ ਦਾ ਕੀ, ਜਿਨ੍ਹਾਂ ਦੇ ਕੋਲ ਹੈ ਹੀ ਇੱਕ ਸੈੱਲ, ਜਿਵੇਂ ਆਪਾਂ ਉੱਪਰ ਪੜ੍ਹਿਆ ਯੂਨੀਸੈਲੂਲਰ। ਸੋ ਯੂਨੀਸੈਲੂਲਰ ਕੀ ਕਰਦੇ ਨੇ? ਦੇਖੋ, ਮੰਨਿਆ ਉਹਨਾਂ ਵਿੱਚ ਸੈੱਲ ਜਿਹੜਾ ਉਹ ਇੱਕੋ ਹੀ ਹੈ, ਲੇਕਿਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਇਸਦਾ ਮਤਲਬ ਇਹ ਨਹੀਂ ਕਿ ਉਹ ਕੁਛ ਕੰਮ ਜਿਹੜਾ ਘੱਟ ਕਰਦੇ ਆ ਜਾਂ ਕੰਮ ਨਹੀਂ ਕਰਦੇ। ਉਹ ਵੀ ਕੰਮ ਕਰਦੇ ਆ। ਇੱਥੇ ਜਿਹੜਾ ਕੰਮ ਬਹੁਤ ਸਾਰੇ ਸੈੱਲ ਕਰਦੇ ਨੇ, ਉੱਥੇ ਉਹ ਸਾਰਾ ਕੰਮ ਜਿਹੜਾ ਇੱਕ ਸਿੰਗਲ ਸੈੱਲ ਕਰਦਾ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ 'ਚ ਕੰਮ ਹੁੰਦਾ ਨਹੀਂ, ਸਾਰੇ ਕੰਮ ਹੁੰਦੇ ਨੇ, ਪਰ ਉੱਥੇ ਕਰਦਾ ਕੌਣ ਹੈ? ਇੱਕ ਸਿੰਗਲ ਸੈੱਲ। ਅਤੇ ਫਿਰ ਜ਼ਰੂਰਤ ਕੀ ਹੈ ਇੰਨੇ ਸਾਰੇ ਸੈੱਲਾਂ ਦੀ? ਕਿਉਂ ਇੱਕ ਸਿੰਗਲ ਸੈੱਲ ਹੀ ਕਿਉਂ ਨਹੀਂ ਹੈਗਾ? ਦੇਖੋ, ਇੱਕ ਬਿਲਡਿੰਗ ਦਾ ਸੋਚੋ, ਸੇਮ ਉਸੇ ਸਕੂਲ ਦੀ ਲੈ ਲਓ। ਦੇਖੋ, ਸਕੂਲ ਤਾਂ ਐਵੇਂ ਵੀ ਚੱਲ ਜਾਏਗਾ ਜਿੱਥੇ ਇੱਕ ਟੀਚਰ ਹੋਵੇ ਅਤੇ ਉਹੀ ਸਾਰੇ ਕਲਾਸਾਂ ਨੂੰ ਪੜ੍ਹਾਵੇ। ਲੇਕਿਨ ਤੁਸੀਂ ਉੱਥੇ ਸਕੂਲ ਦੇ ਵਿੱਚ ਸੋਚੋ ਕਿ ਸਾਰੇ ਕਲਾਸਾਂ ਨੂੰ ਅਲੱਗ-ਅਲੱਗ ਸਬਜੈਕਟ ਪੜ੍ਹਾਉਣ ਲਈ ਅਲੱਗ-ਅਲੱਗ ਟੀਚਰ ਹੋਵੇ, ਤਾਂ ਕੰਮ ਵਧੀਆ ਹੋਏਗਾ ਨਾ। ਉਹ ਟੀਚਰ ਰੱਖਿਆ ਜਾਵੇ ਜੋ ਸਬਜੈਕਟ ਦੇ ਵਿੱਚ ਐਕਸਪਰਟ ਹੈ, ਤਾਂ ਕੰਮ ਹੋਰ ਵਧੀਆ ਤਰੀਕੇ ਨਾਲ ਹੋਏਗਾ। ਇੱਕ ਸਿੰਗਲ ਸੈੱਲ ਨਾਲ ਵੀ ਸਕੂਲ ਚੱਲ ਰਿਹਾ ਸੀ, ਇੱਕ ਸਿੰਗਲ ਟੀਚਰ ਨਾਲ ਵੀ ਸਕੂਲ ਚੱਲ ਰਿਹਾ ਸੀ, ਪਰ ਜਦੋਂ ਉੱਥੇ ਟੀਚਰ ਜ਼ਿਆਦਾ ਹੋਣਗੇ, ਜ਼ਿਆਦਾ ਲੋਕ ਕੰਮ ਕਰਨ ਵਾਲੇ ਹੋਣਗੇ, ਤਾਂ ਉਹੀ ਜਿਹੜੀ ਚੀਜ਼ ਹੈ ਉਹ ਵਧੀਆ ਤਰੀਕੇ ਨਾਲ ਚੱਲੇਗੀ, ਐਫੀਸ਼ੀਐਂਟ ਵੇ ਨਾਲ ਚੱਲੇਗੀ, ਕੰਮ ਜਿਹੜਾ ਹੈ ਉਹ ਐਕਸਪਰਟ ਤਰੀਕੇ ਨਾਲ ਹੋਏਗਾ। ਸੋ ਇਹ ਚੀਜ਼ ਇਹਦੇ ਵਿੱਚ ਹੁੰਦਾ। ਜੋ ਸਿੰਗਲ ਜਾਂ ਯੂਨੀਸੈਲੂਲਰ ਔਰਗੈਨਿਜ਼ਮਸ ਹੁੰਦੇ ਨੇ, ਉਹਨਾਂ ਦੇ ਵਿੱਚ ਕੰਮ ਸਾਰੇ ਹੁੰਦੇ ਨੇ, ਲੇਕਿਨ ਮਲਟੀ ਸੈਲੂਲਰ ਦੇ ਵਿੱਚ ਉਹੀ ਕੰਮ ਜਿਹੜੇ ਐਕਸਪਰਟ ਤਰੀਕੇ ਨਾਲ ਹੁੰਦੇ ਨੇ, ਵਧੀਆ ਤਰੀਕੇ ਨਾਲ ਹੁੰਦੇ ਨੇ। ਤਾਂ ਇੰਨੀ ਚੀਜ਼ ਤੁਹਾਨੂੰ ਇੱਥੇ ਕਲੀਅਰ ਹੋ ਗਈ ਹੈ ਜੀ ਕਿ ਸੈੱਲ ਜਿਹੜਾ ਉਹ ਕਿਸ ਤਰ੍ਹਾਂ ਕੰਮ ਕਰਦਾ ਹੈਗਾ। ਮਲਟੀ ਸੈਲੂਲਰ ਔਰਗੈਨਿਜ਼ਮਸ ਦੇ ਵਿੱਚ ਸੈੱਲ ਕਿਸ ਤਰ੍ਹਾਂ ਕੰਮ ਕਰਦੇ ਆ, ਯੂਨੀਸੈਲੂਲਰ ਦੇ ਵਿੱਚ ਕਿਸ ਤਰ੍ਹਾਂ ਕਰਦੇ ਆ। ਸੋ ਇਹ ਚੀਜ਼ ਤੁਹਾਨੂੰ ਇੱਥੇ ਕਲੀਅਰ ਹੋ ਗਈ ਆ। ਹਾਂਜੀ, ਸੈੱਲ ਕੀ ਹੁੰਦਾ? ਸੈੱਲ ਨੂੰ ਬਾਹਰੋਂ ਜਿਹੜਾ ਆਪਾਂ ਚੰਗੀ ਤਰ੍ਹਾਂ ਸਮਝ ਲਿਆ, ਕਿਉਂ ਜ਼ਰੂਰੀ ਹੈ, ਕਿਸ ਨੇ ਡਿਸਕਵਰ ਕੀਤਾ, ਇਹ ਸਭ ਕੁਝ ਚੰਗੀ ਤਰ੍ਹਾਂ ਆਪਾਂ ਹੁਣ ਸਮਝ ਲਿਆ। ਹੁਣ ਆਪਾਂ ਕਰਦੇ ਹਾਂ ਜੀ ਸੈੱਲ ਦੇ ਅੰਦਰ ਦੀ ਗੱਲ। ਹੁਣ ਆਪਾਂ ਸੈੱਲ ਨੂੰ ਅੰਦਰੋਂ ਜਿਹੜਾ ਹੈ ਉਹ ਪੜਾਂਗੇ। ਤਾਂ ਤੁਸੀਂ ਦੇਖ ਸਕਦੇ ਹੋ, ਵਟ ਇਜ਼ ਦ ਸੈੱਲ ਮੇਡ ਅਪ ਆਫ। ਸੈੱਲ ਕਿਸ ਚੀਜ਼ ਦਾ ਬਣਿਆ ਹੁੰਦਾ ਹੈ? ਸੈੱਲ ਦਾ ਅੱਗੇ ਸਟਰਕਚਰ ਕੀ ਹੈ? ਸਭ ਤੋਂ ਪਹਿਲਾਂ ਇੱਕ ਲਿਵਿੰਗ ਔਰਗੈਨਿਜ਼ਮ, ਇਹਦਾ ਜੋ ਬੇਸਿਕ ਯੂਨਿਟ ਹੈ ਉਹ ਹੈਗਾ ਜੀ ਸੈੱਲ। ਹੁਣ ਆਪਾਂ ਸੈੱਲ ਨੂੰ ਅੰਦਰ ਪੜ੍ਹਨ ਜਾ ਰਹੇ ਹਾਂ। ਸੋ ਸੈੱਲ ਦੇ ਅੰਦਰ ਕੀ ਕੀ ਚੀਜ਼ਾਂ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਜੀ, ਸੈੱਲ ਦੇ ਅੰਦਰ ਜੋ ਉਸਦੇ ਭਾਗ ਨੇ, ਜਿਨ੍ਹਾਂ ਨੂੰ ਪੰਜਾਬੀ ਵਿੱਚ ਸੈੱਲ ਦੇ ਨਿੱਕੜੇ ਅੰਗ ਕਹਿ ਦਿੱਤਾ ਜਾਂਦਾ ਹੈ, ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਸੈੱਲ ਨੂੰ ਪੰਜਾਬੀ ਵਿੱਚ ਕੋਸ਼ਿਕਾ ਕਿਹਾ ਜਾਂਦਾ ਹੈ, ਇਹ ਚੀਜ਼ ਵੀ ਤੁਸੀਂ ਧਿਆਨ ਰੱਖਿਓ। ਸੋ ਕੋਸ਼ਿਕਾ ਦੇ ਅੱਗੇ ਨਿੱਕੜੇ ਅੰਗਾਂ ਬਾਰੇ ਆਪਾਂ ਗੱਲ ਕਰਨ ਵਾਲੇ ਹਾਂ। ਇੰਗਲਿਸ਼ 'ਚ ਉਸਨੂੰ ਔਰਗੇਨੈਲੇ ਕਿਹਾ ਜਾਂਦਾ ਹੈ, ਪੰਜਾਬੀ ਵਿੱਚ ਨਿੱਕੜੇ ਅੰਗ। ਹੁਣ ਆਪਾਂ ਗੱਲ ਕਰਨ ਵਾਲੇ ਹਾਂ ਜੀ ਸਭ ਤੋਂ ਪਹਿਲਾਂ ਸੈੱਲ ਔਰਗੇਨੈਲੇ ਯਾਨੀ ਕਿ ਨਿੱਕੜੇ ਅੰਗਾਂ ਬਾਰੇ, ਜਿਹਦੇ ਵਿੱਚ ਸੈੱਲ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਨ ਵਾਲੇ ਹਾਂ ਐਨੀਮਲ ਸੈੱਲ ਦੀ। ਦੇਖੋ, ਦੋ ਤਰ੍ਹਾਂ ਦੇ ਸੈੱਲ ਹੁੰਦੇ ਨੇ, ਇੱਕ ਪਲਾਂਟ ਸੈੱਲ ਹੁੰਦਾ, ਇੱਕ ਐਨੀਮਲ ਸੈੱਲ ਹੁੰਦਾ। ਸੋ ਸਭ ਤੋਂ ਪਹਿਲਾਂ ਆਪਾਂ ਐਨੀਮਲ ਸੈੱਲ ਬਾਰੇ ਗੱਲ ਕਰਾਂਗੇ, ਅਤੇ ਤੁਸੀਂ ਇੱਥੇ ਨੋਟ ਕਰ ਸਕਦੇ ਹੋ ਐਨੀਮਲ ਸੈੱਲ ਕਿਸ ਤਰ੍ਹਾਂ ਦਾ ਹੁੰਦਾ ਜੀ। ਐਨੀਮਲ ਸੈੱਲ ਮੈਂ ਤੁਹਾਨੂੰ ਦੱਸਿਆ, ਵੈਸੇ ਤਾਂ ਹਰ ਇੱਕ ਦੀ ਸ਼ੇਪ ਔਰ ਸਾਈਜ਼ ਡਿਫਰੈਂਟ ਹੁੰਦਾ, ਪਰ ਆਪਾਂ ਇੱਕ ਕਾਮਨ ਸਟਰਕਚਰ ਦੀ ਗੱਲ ਕਰਾਂਗੇ। ਸੋ ਕਾਮਨ ਸਟਰਕਚਰ ਨੂੰ ਆਪਾਂ ਲੈ ਕੇ ਚੱਲਦੇ ਹਾਂ ਇੱਥੇ, ਅਤੇ ਇਹ ਜਿਹੜਾ ਹੈਗਾ ਮੈਨੇ ਬਣਾਇਆ ਜੀ ਕਾਮਨ ਸਟਰਕਚਰ ਆਫ ਐਨੀਮਲ ਸੈੱਲ। ਇੱਥੇ ਸ਼ੇਪ ਜਿਹੜੀ ਪਰਫੈਕਟ ਨਹੀਂ ਬਣ ਪਾਈ ਹੈ, ਕੋਈ ਗੱਲ ਨਹੀਂ, ਤੁਸੀਂ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇਹਦੇ ਵਿੱਚ ਜੋ ਇਹ ਬਾਹਰਲੀ ਮੈਂਬਰੇਨ ਜਿਹੜੀ ਹੈ, ਮੈਨੇ ਇੰਨੀ ਚੌੜੀ ਜਿਹੜੀ ਹੈ ਮੈਂਬਰੇਨ ਬਣਾਈ ਹੈ, ਇਸਨੂੰ ਯਾਨੀ ਕਿ ਪਰਤ ਬਣਾਈ ਹੈ, ਇਸਨੂੰ ਕਹਿੰਦੇ ਆ ਜੀ ਪਲਾਜ਼ਮਾ ਮੈਂਬਰੇਨ ਜਾਂ ਸੈੱਲ ਮੈਂਬਰੇਨ। ਇਹ ਚੀਜ਼ ਤੁਸੀਂ ਯਾਦ ਰੱਖਿਓ, ਇਸਨੂੰ ਕਹਿੰਦੇ ਆ ਪਲਾਜ਼ਮਾ ਮੈਂਬਰੇਨ ਜਾਂ ਸੈੱਲ ਮੈਂਬਰੇਨ। ਸੈੱਲ ਦੀ ਬਾਹਰਲੀ ਪਰਤ ਜੋ ਸਭ ਤੋਂ ਪਹਿਲਾਂ ਸੈੱਲ ਨੂੰ ਢੱਕ ਕੇ ਰੱਖਦੀ ਹੈ, ਤਾਂ ਉਸਨੂੰ ਕਹਿੰਦੇ ਆ ਜੀ ਸੈੱਲ ਮੈਂਬਰੇਨ। ਸੈੱਲ ਮੈਂਬਰੇਨ ਹੁੰਦੀ ਹੈ ਜੋ
ਪਲਾਂਟ ਸੈੱਲ ਔਰ ਐਨੀਮਲ ਸੈੱਲ ਐਕਚੁਅਲੀ ਦੋਹਾਂ ਦੇ ਵਿੱਚ ਮਿਲਦੀ ਹੈ। ਫਿਲਹਾਲ ਆਪਾਂ ਐਨੀਮਲ ਸੈੱਲ ਨੂੰ ਡਿਸਕਸ ਕਰ ਰਹੇ ਹਾਂ। ਸੋ ਐਨੀਮਲ ਸੈੱਲ ਦੀ ਸਭ ਤੋਂ ਬਾਹਰਲੀ ਪਰਤ ਨੂੰ ਕਿਹਾ ਜਾਂਦਾ ਹੈ ਸੈੱਲ ਮੈਂਬਰੇਨ, ਤੇ ਇਹ ਜਿਹੜੀ ਹੁੰਦੀ ਹੈ ਜੀ ਇਹ ਹੁੰਦੀ ਹੈ ਸਿਲੈਕਟਿਵਲੀ ਪਰਮੀਏਬਲ। ਕੀ ਹੁੰਦੀ ਹੈ ਜੀ ਇਹ ਸਿਲੈਕਟਿਵਲੀ ਪਰਮੀਏਬਲ। ਪਰਮੀਏਬਲ ਦਾ ਮਤਲਬ ਹੁੰਦਾ ਪਰਮਿਸ਼ਨ ਦੇਣਾ ਹੈ। ਕੁਛ ਹੀ ਚੀਜ਼ਾਂ ਨੂੰ ਪਰਮਿਸ਼ਨ ਦਿੰਦੀ ਹੈ ਸਿਲੈਕਟਿਵਲੀ, ਕੁਛ ਚੀਜ਼ਾਂ ਨੂੰ ਪਰਮਿਸ਼ਨ ਦਿੰਦੀ ਹੈ ਕਿ ਉਹ ਸੈੱਲ ਦੇ ਅੰਦਰ ਬਾਹਰ ਜਿਹੜੇ ਉਹ ਜਾ ਸਕਦੇ ਆ। ਹਰ ਇੱਕ ਚੀਜ਼ ਨੂੰ ਇਹ ਪਰਮਿਸ਼ਨ ਨਹੀਂ ਦਿੰਦੀ ਤਾਂ ਨਹੀਂ ਤਾਂ ਸੈੱਲ ਦੇ ਅੰਦਰ ਕੁਛ ਵੀ ਜਿਹੜੀਆਂ ਹਾਰਮਫੁਲ ਚੀਜ਼ਾਂ ਜਿਹੜੀਆਂ ਜਾ ਸਕਦੀਆਂ ਨੇ। ਸੋ ਸੈੱਲ ਮੈਂਬਰੇਨ ਹੀ ਉਸਦੀ ਪ੍ਰੋਟੈਕਸ਼ਨ ਕਰਦੀ ਹੈ। ਇਹ ਕੁਛ ਚੀਜ਼ਾਂ ਨੂੰ ਹੀ ਸਿਲੈਕਟ ਕਰਦੀ ਹੈ ਸੈੱਲ ਦੇ ਅੰਦਰ ਜਾਣ ਲਈ ਤੇ ਉਹ ਸੈੱਲ ਦੇ ਅੰਦਰ ਬਾਹਰ ਆਉਣ ਲਈ। ਇਸ ਕਰਕੇ ਇਸਨੂੰ ਸਿਲੈਕਟਿਵਲੀ ਪਰਮੀਏਬਲ ਕਹਿੰਦੇ ਆ। ਕੁਐਸਚਨ ਇਹ ਵੀ ਆ ਸਕਦਾ ਐਗਜ਼ਾਮ ਦੇ ਵਿੱਚ ਕਿ ਜੋ ਸੈੱਲ ਮੈਂਬਰੇਨ ਹੈ ਉਹ ਸਿਲੈਕਟਿਵਲੀ ਪਰਮੀਏਬਲ ਹੈ ਜਾਂ ਸੈਮੀ ਪਰਮੀਏਬਲ ਹੈ। ਦੋਹਾਂ ਦੇ ਵਿੱਚ ਫਰਕ ਹੈ, ਗੱਲ ਨੂੰ ਸਮਝੋ। ਸੈਮੀ ਪਰਮੀਏਬਲ ਕੀ ਹੁੰਦਾ? ਸੈਮੀ ਹੁੰਦਾ ਜੋ ਅੱਧੀਆਂ ਚੀਜ਼ਾਂ ਨੂੰ ਆਉਣ ਦੇਵੇ, ਅੱਧੀਆਂ ਚੀਜ਼ਾਂ ਨੂੰ ਨਾ ਆਉਣ ਦੇਵੇ। ਸਿਲੈਕਟਿਵਲੀ ਹੁੰਦਾ ਜੋ ਸਿਲੈਕਟ ਖੁਦ ਕਰੇ ਕਿ ਕਿਸ ਨੇ ਆਉਣਾ, ਕਿਸ ਨੇ ਨਹੀਂ ਆਉਣਾ, ਕਿਸ ਚੀਜ਼ ਨੂੰ ਐਂਟਰ ਕਰਨ ਦੇਣਾ ਜਾਂ ਐਗਜ਼ਿਟ ਕਰਨ ਦੇਣਾ, ਉਸ ਚੀਜ਼ ਦੀ ਸਿਲੈਕਸ਼ਨ ਖੁਦ ਕਰੇ, ਉਸਨੂੰ ਆਪਾਂ ਕਹਿੰਦੇ ਹਾਂ ਸੈੱਲ ਮੈਂਬਰੇਨ ਸਿਲੈਕਟਿਵਲੀ ਪਰਮੀਏਬਲ। ਅਤੇ ਜਿਹੜੀ ਮੈਂਬਰੇਨ ਹੁੰਦੀ ਹੈ ਕਾਫੀ ਥਿਨ ਹੁੰਦੀ ਹੈ ਜੀ, ਡੈਲੀਕੇਟ ਹੁੰਦੀ ਹੈ ਤੇ ਫਲੈਕਸੀਬਲ ਹੁੰਦੀ ਹੈ। ਫਲੈਕਸੀਬਲ ਹੁੰਦੀ ਹੈ, ਡੈਲੀਕੇਟ ਹੁੰਦੀ ਹੈ। ਉਸ ਤੋਂ ਬਾਅਦ ਡਿਟੇਲ ਦੇ ਵਿੱਚ ਆਪਾਂ ਇਸਦੀ ਮੈਂਬਰੇਨ ਬਾਰੇ ਹੋਰ ਡਿਟੇਲ ਦੇ ਵਿੱਚ ਪੜ੍ਹਦੇ ਹਾਂ। ਸੋ ਸੈੱਲ ਮੈਂਬਰੇਨ ਜਿਸ ਬਾਰੇ ਆਪਾਂ ਡਿਟੇਲ ਦੇ ਵਿੱਚ ਗੱਲ ਕਰਨ ਵਾਲੇ ਹਾਂ, ਇੱਕ ਵਾਰ ਤੁਹਾਨੂੰ ਇੱਥੇ ਵੀ ਮੈਂ ਤੁਹਾਨੂੰ ਸੈੱਲ ਦੀ ਜਿਹੜੀ ਹੈ ਸ਼ੇਪ ਸ਼ੋ ਕਰ ਦਿੰਦੀ ਹਾਂ। ਸਭ ਤੋਂ ਪਹਿਲਾਂ ਆਪਾਂ ਪੜ੍ਹਨ ਵਾਲੇ ਹਾਂ ਜੀ ਐਨੀਮਲ ਸੈੱਲ ਬਾਰੇ। ਤਾਂ ਐਨੀਮਲ ਸੈੱਲ ਦੀ ਅਗਰ ਆਪਾਂ ਫੋਟੋ ਦੀ ਗੱਲ ਕਰੀਏ ਤਾਂ ਇਹ ਰਿਹਾ ਜੀ ਐਨੀਮਲ ਸੈੱਲ। ਇਸਨੂੰ ਤੁਸੀਂ ਡਿਟੇਲ ਤੁਸੀਂ ਦੇਖ ਸਕਦੇ ਹੋ। ਇਹਦੇ ਵਿੱਚ ਜੋ ਬਰਾਊਨ ਕਲਰ ਦੀ ਇਹ ਵਾਲੀ ਜੋ ਪਰਤ ਹੈਗੀ ਹੈ ਜੀ, ਇਸਨੂੰ ਕਹਿੰਦੇ ਨੇ, ਆਹ ਸਾਰੀ ਪਰਤ ਨੂੰ ਬਰਾਊਨ ਕਲਰ ਵਾਲੀ, ਇਸਨੂੰ ਕਹਿੰਦੇ ਨੇ ਪਲਾਜ਼ਮਾ ਮੈਂਬਰੇਨ ਜਾਂ ਫਿਰ ਸੈੱਲ ਮੈਂਬਰੇਨ। ਇਸਨੂੰ ਆਪਾਂ ਡਿਟੇਲ ਦੇ ਵਿੱਚ ਸਮਝਣ ਵਾਲੇ ਹਾਂ, ਧਿਆਨ ਨਾਲ ਸੁਣਿਓ। ਹਾਂਜੀ, ਤੁਸੀਂ ਦੇਖ ਸਕਦੇ ਹੋ ਆਊਟਰ ਮੋਸਟ ਕਵਰਿੰਗ ਲੇਅਰ ਜਿਹੜੀ ਹੈ ਸੈੱਲ ਮੈਂਬਰੇਨ ਕਿਹਾ ਜਾਂਦਾ। ਸੈੱਲ ਦੀ ਸਭ ਤੋਂ ਬਾਹਰਲੀ ਪਰਤ ਨੂੰ ਸੈੱਲ ਮੈਂਬਰੇਨ ਜਾਂ ਪਲਾਜ਼ਮਾ ਮੈਂਬਰੇਨ ਕਿਹਾ ਜਾਂਦਾ ਹੈ। ਤੇ ਇਹ ਐਕਸਟਰਨਲ ਬਾਹਰਲੇ ਇਨਵਾਇਰਮੈਂਟ ਤੋਂ ਸੈੱਲ ਦੇ ਅੰਦਰਲੇ ਭਾਗਾਂ ਨੂੰ ਅਲੱਗ ਕਰਦੀ ਹੈ, ਯਾਨੀ ਕਿ ਵਿੱਚ ਇੱਕ ਦੀਵਾਰ ਦਾ ਕੰਮ ਕਰਦੀ ਹੈ ਤੇ ਪਰਮਿਸ਼ਨ ਦਿੰਦੀ ਹੈ, ਅਲੋ ਕਰਦੀ ਹੈ ਐਂਟਰ ਐਗਜ਼ਿਟ ਆਫ ਸਮ ਮਟੀਰੀਅਲ। ਕੁਛ ਹੀ ਚੀਜ਼ਾਂ ਨੂੰ ਅੰਦਰ ਜਾਂ ਬਾਹਰ ਆਉਣ ਦੇ ਵਿੱਚ ਪਰਮਿਸ਼ਨ ਦਿੰਦੀ ਹੈ, ਇਸ ਲਈ ਇਸਨੂੰ ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਕਿਹਾ ਜਾਂਦਾ ਹੈ। ਹੁਣ ਕੁਐਸਚਨ ਇੱਥੇ ਇਹ ਅਰਾਈਜ਼ ਹੁੰਦਾ ਸੈੱਲ ਮੈਂਬਰੇਨ ਦੇ ਵਿੱਚੋਂ ਜਾਂ ਸੈੱਲ ਦੇ ਵਿੱਚੋਂ ਕੁਛ ਚੀਜ਼ਾਂ ਅੰਦਰ ਕਿਵੇਂ ਆਉਂਦੀਆਂ ਨੇ ਤੇ ਕੁਛ ਚੀਜ਼ਾਂ ਬਾਹਰ ਕਿਵੇਂ ਜਾਂਦੀਆਂ ਨੇ। How does the movement of substances takes place into the cell and move out of the cell? Substances like carbon dioxide ਕਿਹੜੀਆਂ ਚੀਜ਼ਾਂ ਅੰਦਰ ਬਾਹਰ ਜਾਂਦੀਆਂ ਨੇ ਜੀ? ਜਿਵੇਂ ਕਿ ਕਾਰਬਨ ਡਾਈਆਕਸਾਈਡ ਜਾਂਦੀ ਹੈ, ਆਕਸੀਜਨ, ਇਹ ਹੋ ਗਿਆ ਗੈਸਾਂ ਦੀ ਗੱਲ। ਕੈਨ ਮੂਵ ਅਕਰੋਸ ਸੈੱਲ ਮੈਂਬਰੇਨ ਬਾਈ ਅ ਪ੍ਰੋਸੈਸ ਆਫ ਡਿਫਿਊਜ਼ਨ। ਤਾਂ ਸੈੱਲ ਮੈਂਬਰੇਨ ਦੇ ਵਿੱਚੋਂ ਜਾਂ ਲੰਘਦੇ ਹੋਏ ਸੈੱਲ ਦੇ ਅੰਦਰ ਜਾਂ ਬਾਹਰ ਅਗਰ ਗੈਸਾਂ ਜਾਂਦੀਆਂ ਨੇ ਲਾਈਕ ਕਾਰਬਨ ਡਾਈਆਕਸਾਈਡ, ਆਕਸੀਜਨ, ਜਦੋਂ ਇਹ ਗੈਸਿਸ ਮੂਵ ਕਰਦੀਆਂ ਨੇ ਤਦ ਉਸਨੂੰ ਡਿਫਿਊਜ਼ਨ ਪ੍ਰੋਸੈਸ ਕਿਹਾ ਜਾਂਦਾ ਹੈ। ਜਦੋਂ ਵੀ ਕਾਰਬਨ ਡਾਈਆਕਸਾਈਡ, ਆਕਸੀਜਨ ਸੈੱਲ ਦੇ ਅੰਦਰ ਬਾਹਰ ਜਾਂਦੀ ਹੈ ਉਸਨੂੰ ਡਿਫਿਊਜ਼ਨ ਦਾ ਪ੍ਰੋਸੈਸ ਕਿਹਾ ਜਾਂਦਾ ਹੈ। ਡਿਫਿਊਜ਼ਨ ਦੇ ਪ੍ਰੋਸੈਸ ਦੇ ਥਰੂ ਹੀ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਜਿਹੜੀ ਹੈ ਉਹ ਸੈੱਲ ਦੇ ਵਿੱਚੋਂ ਮੂਵ ਕਰ ਸਕਦੀ ਹੈ। ਦੇਖੋ ਹੁਣ ਆਪਾਂ ਪੜ੍ਹਦੇ ਹਾਂ ਕਿ ਡਿਫਿਊਜ਼ਨ ਦੀ ਪ੍ਰੋਸੈਸ ਕੀ ਹੁੰਦੀ ਹੈ। ਅਗਰ ਆਪਾਂ ਡਿਫਿਊਜ਼ਨ ਦੀ ਪ੍ਰੋਸੈਸ ਬਾਰੇ ਪੜ੍ਹੀਏ ਤਾਂ ਇੱਥੇ ਇਹਨਾਂ ਨੇ ਚੀਜ਼ ਦਿੱਤੀ ਹੋਈ ਹੈ ਕਿ ਜਦੋਂ ਵੀ ਕੋਈ ਚੀਜ਼ ਜਿਹੜੀ ਹੈ ਉਹਦੀ ਸਪੋਂਟੇਨੀਅਸ ਮੂਵਮੈਂਟ ਹੋਵੇ, ਯਾਨੀ ਕਿ ਇੱਕਦਮ ਜਿਹੜੀ ਮੂਵਮੈਂਟ ਹੋਵੇ, ਕਿੱਥੋਂ? ਫਰੋਮ ਅ ਰੀਜਨ ਆਫ ਅ ਹਾਈ ਕੰਸਨਟ੍ਰੇਸ਼ਨ ਟੂ ਅ ਲੋ ਕੰਸਨਟ੍ਰੇਸ਼ਨ। ਜਦੋਂ ਵੀ ਕੋਈ ਚੀਜ਼ ਇੱਕ ਐਸੀ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੀ ਹੈ ਜਿੱਥੇ ਇੱਕ ਪਾਸੇ ਤਾਂ ਉਹਦੀ ਹਾਈ ਕੰਸਨਟ੍ਰੇਸ਼ਨ ਹੈ, ਇੱਕ ਪਾਸੇ ਉਹ ਚੀਜ਼ ਬਹੁਤ ਜ਼ਿਆਦਾ ਹੈ, ਉਹ ਕਿੱਧਰਲੀ ਤਰਫ ਮੂਵ ਕਰੇਗੀ? ਜਿੱਧਰ ਬਹੁਤ ਘੱਟ ਹੈ। ਜਿੱਧਰ ਬਹੁਤ ਜ਼ਿਆਦਾ ਹੈ ਉੱਧਰ ਤੋਂ ਕਿਸ ਤਰਫ ਨੂੰ ਮੂਵ ਕਰੇਗੀ? ਜਿਸ ਤਰਫ ਬਹੁਤ ਘੱਟ ਹੈ ਉਹ ਚੀਜ਼, ਤਾਂ ਉੱਧਰ ਨੂੰ ਉਹ ਮੂਵ ਕਰਦੀ ਹੈ। ਕਦੋਂ ਤੱਕ ਮੂਵ ਕਰਦੀ ਹੈ? ਜਦੋਂ ਦੋਨੋਂ ਸਿਰਿਆਂ 'ਤੇ ਉਹ ਚੀਜ਼ ਜਿਹੜੀ ਹੈ ਬਰਾਬਰ ਨਹੀਂ ਹੋ ਜਾਂਦੀ। ਤਾਂ ਡਿਫਿਊਜ਼ਨ ਦੀ ਪ੍ਰੋਸੈਸ ਯਾਨੀ ਕਿ ਗੈਸਿਸ ਜਿਹੜੀਆਂ ਨੇ ਉਹ ਕਦੋਂ ਐਕਸਚੇਂਜ ਹੁੰਦੀਆਂ ਨੇ? ਜਦੋਂ ਇੱਕ ਪਾਸੇ ਗੈਸਾਂ ਦੀ ਕੰਸਨਟ੍ਰੇਸ਼ਨ ਜਿਹੜੀ ਜ਼ਿਆਦਾ ਹੈ, ਦੂਸਰੇ ਪਾਸੇ ਅਗਰ ਘੱਟ ਹੈ ਤਾਂ ਉਹ ਜ਼ਿਆਦਾ ਵਾਲੀ ਤੋਂ ਘੱਟ ਵਾਲੀ ਸਾਈਡ ਨੂੰ ਮੂਵ ਕਰ ਜਾਏਗੀ ਔਰ ਉਦੋਂ ਤੱਕ ਮੂਵ ਕਰਦੀ ਰਹੇਗੀ ਜਦੋਂ ਦੋਨੋਂ ਪਾਸੇ ਜਿਹੜੀ ਉਹ ਚੀਜ਼ ਬਰਾਬਰ ਨਹੀਂ ਹੋ ਜਾਂਦੀ। ਸੋ ਕਾਰਬਨ ਡਾਈਆਕਸਾਈਡ ਦੀ ਗੱਲ ਕਰ ਲਈਏ, ਜਦੋਂ ਬਾਹਰਲੇ ਇਨਵਾਇਰਮੈਂਟ ਦੇ ਵਿੱਚ, ਬਾਹਰਲੇ ਵਾਤਾਵਰਨ ਦੇ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਜ਼ਿਆਦਾ ਹੋਵੇ, ਸੈੱਲ ਦੇ ਅੰਦਰ ਘੱਟ ਹੋਵੇ ਤਾਂ ਉਹ ਬਾਹਰੋਂ ਅੰਦਰ ਨੂੰ ਆ ਜਾਏਗੀ। ਜਦੋਂ ਸੈੱਲ ਦੇ ਅੰਦਰ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੇ ਬਾਹਰ ਘੱਟ ਹੋਵੇ ਤਾਂ ਫਿਰ ਉਹ ਸੈੱਲ ਤੋਂ ਬਾਹਰ ਚਲੀ ਜਾਂਦੀ ਹੈ। ਇਸ ਤਰ੍ਹਾਂ ਕਾਰਬਨ ਡਾਈਆਕਸਾਈਡ ਜਾਂ ਆਕਸੀਜਨ ਜਿਹੜੀ ਉਹ ਮੂਵ ਕਰਦੀ ਹੈ। ਕਿਸ ਤਰ੍ਹਾਂ ਮੂਵ ਕਰਦੀ ਹੈ ਜੀ? ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ ਮੂਵ ਕਰਦੀ ਹੈ ਔਰ ਇਸੇ ਨੂੰ ਕਹਿੰਦੇ ਨੇ ਡਿਫਿਊਜ਼ਨ ਦੀ ਪ੍ਰੋਸੈਸ। ਆਈ ਥਿੰਕ ਤੁਹਾਨੂੰ ਚੀਜ਼ ਕਲੀਅਰ ਹੋ ਗਈ ਹੋਏਗੀ। ਜਦੋਂ ਆਕਸੀਜਨ ਦੀ ਗੱਲ ਕਰ ਲਈਏ, ਜਦੋਂ ਆਕਸੀਜਨ ਬਾਹਰ ਜ਼ਿਆਦਾ ਹੈ, ਸੈੱਲ ਦੇ ਅੰਦਰ ਘੱਟ ਹੈ ਤਾਂ ਬਾਹਰ ਤੋਂ ਅੰਦਰ ਨੂੰ ਆ ਜਾਏਗੀ। ਅਗਰ ਸੈੱਲ ਦੇ ਅੰਦਰ ਜ਼ਿਆਦਾ ਹੈ, ਬਾਹਰ ਘੱਟ ਹੈ ਤਾਂ ਸੈੱਲ ਤੋਂ ਬਾਹਰ ਦੀ ਤਰਫ ਚਲੀ ਜਾਏਗੀ। ਇਸ ਤਰ੍ਹਾਂ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਸੈੱਲ ਦੇ ਅੰਦਰ ਆਉਂਦੀਆਂ ਨੇ ਤੇ ਜਾਂਦੀਆਂ ਨੇ। ਹਾਂਜੀ, ਡਿਫਿਊਜ਼ਨ ਦੀ ਪ੍ਰੋਸੈਸ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਜੀ ਸੈਕਿੰਡ ਇਹਦੇ ਵਿੱਚ ਜਾਂਦਾ ਹੈ ਵਾਟਰ। ਸੋ ਵਾਟਰ ਵੀ ਜਿਹੜਾ ਹੈਗਾ ਉਹ ਆਰ ਪਾਰ ਜਾਂਦਾ ਸੈੱਲ ਤੋਂ। ਇਹ ਵੀ ਜਿਹੜਾ ਡਿਫਿਊਜ਼ਨ ਦੀ ਪ੍ਰੋਸੈਸ ਨੂੰ ਓਬੇ ਕਰਦਾ, ਉਹ ਡਿਫਿਊਜ਼ਨ ਦੇ ਲੋ ਨੂੰ ਓਬੇ ਕਰਦਾ ਹੈ, ਯਾਨੀ ਕਿ ਮੰਨਦਾ ਹੈ। ਡਿਫਿਊਜ਼ਨ ਦਾ ਲੋ ਕੀ ਸੀ? ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ। ਦ ਮੂਵਮੈਂਟ ਆਫ ਵਾਟਰ ਮੋਲੀਕਿਊਲਸ ਥਰੂ ਸਚ ਅ ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਇਜ਼ ਕੋਲਡ ਓਸਮੋਸਿਸ। ਤਾਂ ਵਾਟਰ ਜਿਹੜਾ ਹੈ ਜੀ ਉਹ ਹੈ ਉਹ ਸਿਲੈਕਟਿਵਲੀ ਪਰਮੀਏਬਲ ਮੈਂਬਰੇਨ ਦੈਟ ਇਜ਼ ਸੈੱਲ ਮੈਂਬਰੇਨ ਜਾਂ ਪਲਾਜ਼ਮਾ ਮੈਂਬਰੇਨ ਦੇ ਵਿੱਚੋਂ ਦੀ ਜਦੋਂ ਆਰ ਪਾਰ ਜਾਂਦਾ ਹੈ, ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ ਜਾਂਦਾ ਹੈ, ਜ਼ਿਆਦਾ ਵਾਲੀ ਸਾਈਡ ਤੋਂ ਘੱਟ ਵਾਲੀ ਸਾਈਡ ਜਾਂਦਾ ਹੈ, ਉਸਨੂੰ ਅਸੀਂ ਕਹਿੰਦੇ ਹਾਂ ਓਸਮੋਸਿਸ। ਤੇ ਇਹ ਰਿਹਾ ਜੀ ਓਸਮੋਸਿਸ। ਓਸਮੋਸਿਸ ਦੀ ਪ੍ਰਕਿਰਿਆ ਦੇ ਨਾਲ ਸੈੱਲ ਦੇ ਵਿੱਚ ਜਿਹੜੀ ਮੂਵਮੈਂਟ ਹੁੰਦੀ ਹੈ ਉਹ ਕਿਸ ਚੀਜ਼ ਦੀ ਹੁੰਦੀ ਹੈ? ਉਹ ਵਾਟਰ ਦੀ ਹੁੰਦੀ ਹੈ।
ਜਾਂ ਆਪਾਂ ਜਦੋਂ ਕਹਿ ਲਈਏ ਵਾਟਰ ਜਦੋਂ ਮੂਵ ਕਰਦਾ ਹੈ ਅੰਦਰ ਬਾਹਰ ਹਾਈ ਕੰਸਨਟ੍ਰੇਸ਼ਨ ਟੂ ਲੋ ਕੰਸਨਟ੍ਰੇਸ਼ਨ, ਤਾਂ ਉਸਨੂੰ ਕੀ ਕਿਹਾ ਜਾਂਦਾ ਹੈ, ਉਸਨੂੰ ਓਸਮੋਸਿਸ ਦੀ ਪ੍ਰਕਿਰਿਆ ਕਿਹਾ ਜਾਂਦਾ ਹੈ। ਲਿਖਿਆ ਹੋਇਆ ਦ ਮੂਵਮੈਂਟ ਆਫ ਵਾਟਰ ਅਕਰੋਸ ਦਾ ਪਲਾਜ਼ਮਾ ਮੈਮਬ੍ਰੇਨ ਇਜ਼ ਆਲਸੋ ਇਫੈਕਟਡ ਬਾਈ ਦ ਅਮਾਊਂਟ ਆਫ ਸਬਸਟੈਂਸਿਸ ਡਿਜ਼ੋਲਵਡ ਇਨ ਵਾਟਰ। ਹਾਂਜੀ, ਤਾਂ ਜਿਹੜੀ ਮੂਵਮੈਂਟ ਹੈਗੀ ਆ ਪਾਣੀ ਦੀ, ਕਿ ਪਾਣੀ ਕਿਸ ਤਰਫ ਮੂਵ ਕਰੇਗਾ, ਤਾਂ ਉਹ ਚੀਜ਼ ਜਿਹੜੀ ਆ ਉਹ ਕਿਸ ਨਾਲ ਇਫੈਕਟ ਹੁੰਦੀ ਹੈ, ਉਸ ਨਾਲ ਇਫੈਕਟ ਹੁੰਦੀ ਹੈ ਕਿ ਪਾਣੀ ਦੇ ਵਿੱਚ ਕੀ ਕੁਝ ਘੁਲਿਆ ਹੋਇਆ। ਦੇਖੋ ਲਿਖਿਆ ਨਾ, ਅਮਾਊਂਟ ਆਫ ਸਬਸਟੈਂਸਿਸ ਡਿਜ਼ੋਲਵਡ ਇਨ ਵਾਟਰ, ਪਾਣੀ ਦੇ ਵਿੱਚ ਕਿਹੜੀਆਂ ਚੀਜ਼ਾਂ ਕਿੰਨੀਆਂ ਮਾਤਰਾ ਦੇ ਵਿੱਚ ਘੁਲੀਆਂ ਹੋਈਆਂ ਨੇ, ਇਸ ਚੀਜ਼ ਨਾਲ ਡਿਪੈਂਡ ਕਰਦਾ ਹੈ ਕਿ ਪਾਣੀ ਜਿਹੜਾ ਉਹ ਕਿਸ ਤਰਫ ਮੂਵ ਕਰੇਗਾ। Thus, osmosis is the net diffusion of water across a selectively permeable membrane towards a high solute concentration। तो इस चीज़ ਨੂੰ ਚੰਗੀ ਤਰ੍ਹਾਂ ਹੋਰ ਸਮਝਣ ਦੇ ਲਈ ਆਪਾਂ ਕੀ ਕਰਦੇ ਹਾਂ ਵੀ ਐਕਸਪੈਰੀਮੈਂਟ ਕੀਤਾ ਗਿਆ। ਕੀ ਐਕਸਪੈਰੀਮੈਂਟ ਕੀਤਾ ਗਿਆ ਕਿ ਇੱਕ ਐਨੀਮਲ ਸੈੱਲ ਜਾਂ ਫਿਰ ਪਲਾਂਟ ਸੈੱਲ ਨੂੰ ਕਿਸ ਦੇ ਵਿੱਚ ਪਾ ਦਿੱਤਾ ਗਿਆ, ਸ਼ੂਗਰ ਦੇ ਸੋਲਿਊਸ਼ਨ ਦੇ ਵਿੱਚ ਪਾ ਦਿੱਤਾ ਗਿਆ। ਸ਼ੂਗਰ ਦਾ ਸੋਲਿਊਸ਼ਨ, ਮਿੱਠੇ ਪਾਣੀ ਦਾ ਸੋਲਿਊਸ਼ਨ, ਮਿੱਠੇ ਦੇ ਸੋਲਿਊਸ਼ਨ ਦੇ ਵਿੱਚ ਜਾਂ ਸੋਲਟ ਦੇ ਸੋਲਿਊਸ਼ਨ ਦੇ ਵਿੱਚ ਐਨੀਮਲ ਸੈੱਲ ਨੂੰ ਰੱਖਿਆ ਗਿਆ, ਤੇ ਫਿਰ ਜਿਹੜੀਆਂ ਚੀਜ਼ਾਂ ਹੋਈਆਂ ਉਸ ਦੇ ਅਕੋਰਡਿੰਗ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਪਾਣੀ ਜਿਹੜਾ ਹੈ ਉਹ ਸੈੱਲ ਦੇ ਵਿੱਚ ਕਿਸ ਤਰ੍ਹਾਂ ਮੂਵ ਕਰੇਗਾ ਜਾਂ ਓਸਮੋਸਿਸ ਦੀ ਪ੍ਰਕਿਰਿਆ ਕਿਸ ਤਰ੍ਹਾਂ ਹੋਏਗੀ। ਹਾਂਜੀ, ਸਭ ਤੋਂ ਪਹਿਲਾ ਪੁਆਇੰਟ ਦੇਖਦੇ ਹਾਂ, ਇਫ ਦਾ ਮੀਡੀਅਮ ਸਰਾਊਂਡਿੰਗ, ਯਾਨੀ ਕਿ ਇੱਕ ਸੈੱਲ ਨੂੰ ਇੱਕ ਐਸੇ ਪਾਣੀ ਦੇ ਵਿੱਚ ਰੱਖਿਆ ਗਿਆ, ਉਸ ਘੋਲ ਦੇ ਵਿੱਚ ਰੱਖਿਆ ਗਿਆ ਜਿੱਥੇ ਘੋਲ ਦੇ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੈ, ਉਹਦੇ ਵਿੱਚ ਘੁਲੇ ਹੋਏ ਨਮਕ ਦੀ ਮਾਤਰਾ ਘੱਟ ਹੈ, ਪਾਣੀ ਦੀ ਮਾਤਰਾ ਜ਼ਿਆਦਾ ਹੈ, ਯਾਨੀ ਕਿ ਉਹ ਸੋਲਿਊਸ਼ਨ ਕਾਫੀ ਡਿਲਿਊਟ ਸੋਲਿਊਸ਼ਨ ਹੈਗਾ। ਤਾਂ ਇਸ ਕੇਸ ਦੇ ਵਿੱਚ ਕੀ ਹੋਏਗਾ, ਪਾਣੀ ਦੀ ਜਿਹੜੀ ਕੰਸਨਟ੍ਰੇਸ਼ਨ ਹੈ ਉਹ ਕਿੱਥੇ ਜ਼ਿਆਦਾ ਹੈਗੀ, ਉਹ ਬਾਹਰ ਦੀ ਤਰਫ ਜ਼ਿਆਦਾ ਹੈ, ਤੇ ਸੈੱਲ ਦੇ ਅੰਦਰ ਪਾਣੀ ਦੀ ਕੰਸਨਟ੍ਰੇਸ਼ਨ ਘੱਟ ਹੈ, ਤੇ ਕਿਸ ਤਰਫ ਮੂਵ ਕਰੇਗਾ, ਹਾਈ ਟੂ ਲੋ ਕੰਸਨਟ੍ਰੇਸ਼ਨ ਦੀ ਤਰਫ ਮੂਵ ਕਰਨਾ ਉਸਨੇ, ਯਾਨੀ ਕਿ ਬਾਹਰ ਤੋਂ ਅੰਦਰ ਦੀ ਤਰਫ। ਸੋ ਦ ਸੈੱਲ ਵਿਲ ਗੇਨ ਵਾਟਰ ਬਾਏ ਓਸਮੋਸਿਸ, ਤਾਂ ਸੈੱਲ ਜਿਹੜਾ ਉਹ ਪਾਣੀ ਨੂੰ ਗੇਨ ਕਰ ਲੇਗਾ, ਪਾਣੀ ਸੈੱਲ ਦੇ ਅੰਦਰ ਚਲਾ ਜਾਏਗਾ। ਕਿਉਂਕਿ ਘੋਲ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਸੀਗੀ, ਸੈੱਲ ਦੇ ਅੰਦਰ ਪਾਣੀ ਦੀ ਮਾਤਰਾ ਘੱਟ ਸੀ, ਤਾਂ ਇਸ ਕਰਕੇ ਪਾਣੀ ਜਿਹੜਾ ਬਾਹਰ ਤੋਂ ਅੰਦਰ ਦੀ ਤਰਫ ਚਲਾ ਗਿਆ। ਇਸ ਨੂੰ ਅਸੀਂ ਕਹਿੰਦੇ ਹਾਂ ਹਾਈਪੋਟੋਨਿਕ ਸੋਲਿਊਸ਼ਨ। ਇਸ 'ਤੇ ਕੁਐਸਚਨ ਪੁੱਛਿਆ ਜਾ ਸਕਦਾ, ਸੋ ਤੁਸੀਂ ਧਿਆਨ ਰੱਖਿਓ, ਇਸ ਨੂੰ ਅਸੀਂ ਕਹਿੰਦੇ ਹਾਂ ਹਾਈਪੋਟੋਨਿਕ ਸੋਲਿਊਸ਼ਨ, ਜਿਹਦੇ ਵਿੱਚ ਸੈੱਲ ਪਾਣੀ ਨੂੰ ਗੇਨ ਕਰ ਲੈਂਦਾ, ਪਾਣੀ ਨੂੰ ਲੈ ਲੈਂਦਾ, ਪਾਣੀ ਸੈੱਲ ਦੇ ਅੰਦਰ ਚਲਾ ਜਾਂਦਾ ਤੇ ਸੈੱਲ ਜਿਹੜਾ ਉਹ ਫੁੱਲ ਜਾਂਦਾ। ਦੇਖੋ, ਵਾਟਰ ਮੋਲੀਕੂਲਸ ਆਰ ਫ੍ਰੀ ਟੂ ਪਾਸ ਲਾਈਕਲੀ ਟੂ ਸਵੈਲ ਅਪ, ਕਿਉਂ, ਵਾਟਰ ਜਿਹੜਾ ਉਹ ਐਂਟਰ ਕਰ ਚੁੱਕਿਆ ਸੈੱਲ ਦੇ ਅੰਦਰ। ਇਹ ਹੋ ਗਿਆ ਜੀ ਇੱਕ ਕੇਸ। ਸੋ ਆਪਾਂ ਸੈੱਲ ਨੂੰ ਇੱਕ ਐਸੇ ਘੋਲ ਦੇ ਵਿੱਚ ਰੱਖਿਆ ਸੀ ਜਿਸ ਘੋਲ ਦੇ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਸੀ, ਤਾਂ ਪਾਣੀ ਕਿਸ ਤਰਫ ਮੂਵ ਕਰੇਗਾ, ਪਾਣੀ ਬਾਹਰ ਦੀ ਤਰਫ ਸੈੱਲ ਦੇ ਅੰਦਰ ਨੂੰ ਮੂਵ ਕਰੇਗਾ। ਇਸ ਨੂੰ ਹਾਈਪੋਟੋਨਿਕ ਸੋਲਿਊਸ਼ਨ ਕਹਿੰਦੇ ਆ, ਤੇ ਸੈੱਲ ਫੁੱਲ ਹੋ ਜਾਏਗਾ, ਸਵੈਲਅਪ ਹੋ ਜਾਏਗਾ। ਦੂਸਰਾ ਕੇਸ ਕੀ ਹੋ ਸਕਦਾ ਹੈ ਕਿ ਇਫ ਅਗਰ ਆਪਾਂ ਸੈੱਲ ਨੂੰ ਇੱਕ ਐਸੇ ਘੋਲ ਦੇ ਵਿੱਚ ਰੱਖੀਏ ਜਿਹਦੇ ਵਿੱਚ ਪਾਣੀ ਦੀ ਮਾਤਰਾ ਉਨੀ ਹੀ ਹੈ, ਪਾਣੀ ਦੀ ਜੋ ਕੰਸਨਟ੍ਰੇਸ਼ਨ ਹੈ ਉਹ ਉਨਾ ਹੀ ਹੈ ਜਿੰਨਾ ਸੈੱਲ ਦੇ ਅੰਦਰ ਹੈ, ਸੇਮ ਵਾਟਰ ਕੰਸਨਟ੍ਰੇਸ਼ਨ ਐਜ਼ ਦਾ ਸੈੱਲ, ਜਿੰਨਾ ਸੈੱਲ ਕੋਲ ਹੈ ਉਨਾ ਹੀ ਬਾਹਰ ਹੈ, ਪਾਣੀ ਕਿਸ ਤਰਫ ਨੂੰ ਮੂਵ ਕਰੇਗਾ, ਕਿਸੇ ਤਰਫ ਨੂੰ ਮੂਵ ਨਹੀਂ ਕਰੇਗਾ। ਸੋ ਇਸ ਤਰ੍ਹਾਂ ਦੇ ਸੋਲਿਊਸ਼ਨ ਨੂੰ ਜਿਹੜਾ ਉਹ ਅਸੀਂ ਕਹਿੰਦੇ ਹਾਂ ਆਈਸੋਟੋਨਿਕ ਸੋਲਿਊਸ਼ਨ। ਪਾਣੀ ਜਿਹੜਾ ਉਹ ਆਪਸ ਦੇ ਵਿੱਚ ਜਿਹੜਾ ਉਹਦੀ ਜਿਹੜਾ ਨੈਟ ਇਫੈਕਟ ਹੈ ਉਹ ਜਿਹੜਾ ਉਹ ਖਤਮ ਹੋ ਜਾਏਗਾ, ਕੋਈ ਵੀ ਓਵਰਆਲ ਕੋਈ ਵੀ ਮੂਵਮੈਂਟ ਜਿਹੜੀ ਹੈ ਉਹ ਨਹੀਂ ਹੋਏਗੀ, ਓਵਰਆਲ ਮੂਵਮੈਂਟ ਨਹੀਂ ਹੋਏਗੀ। ਤਾਂ ਸੈੱਲ ਦਾ ਜਿਹੜਾ ਸਾਈਜ਼ ਹੈ ਉਹ ਵੀ ਸੇਮ ਰਹੇਗਾ, ਉਸ 'ਚ ਵੀ ਕੋਈ ਚੇਂਜ ਨਹੀਂ ਆਏਗਾ। ਤੀਸਰਾ ਕੇਸ ਕੀ ਹੋ ਸਕਦਾ ਹੈ ਇਹਦੇ ਵਿੱਚ, ਕਿ ਆਪਾਂ ਸੈੱਲ ਨੂੰ ਇੱਕ ਐਸੇ ਘੋਲ ਦੇ ਵਿੱਚ ਰੱਖੀਏ ਜਿਹਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਹੈ ਕੰਸਨਟ੍ਰੇਸ਼ਨ ਹੈ ਉਹ ਘੱਟ ਹੈ ਸੈੱਲ ਦੇ ਨਾਲੋਂ। ਸੋ ਲੋ ਕੰਸਨਟ੍ਰੇਸ਼ਨ ਵਾਟਰ ਦੇ ਵਿੱਚ ਆਪਾਂ ਸੈੱਲ ਨੂੰ ਰੱਖ ਦਿੱਤਾ ਹੈ, ਪਾਣੀ ਦੀ ਮਾਤਰਾ ਬਾਹਰ ਘੱਟ ਹੈ ਔਰ ਸੈੱਲ ਦੇ ਅੰਦਰ ਜ਼ਿਆਦਾ ਹੈ, ਪਾਣੀ ਕਿਸ ਤਰਫ ਮੂਵ ਕਰੇਗਾ, ਸੈੱਲ ਤੋਂ ਬਾਹਰ ਦੀ ਤਰਫ ਨੂੰ ਮੂਵ ਕਰੇਗਾ। ਇਸ ਤਰ੍ਹਾਂ ਦੇ ਸੋਲਿਊਸ਼ਨ ਨੂੰ ਅਸੀਂ ਕਹਿੰਦੇ ਹਾਂ ਹਾਈਪਰਟੋਨਿਕ ਸੋਲਿਊਸ਼ਨ। ਹਾਈਪਰਟੋਨਿਕ ਸੋਲਿਊਸ਼ਨ, ਇਹਦੇ ਵਿੱਚ ਜਿਹੜਾ ਸੈੱਲ ਹੈ ਉਹ ਸ਼ਰਿੰਕ ਕਰ ਜਾਏਗਾ, ਉਸਦਾ ਜਿਹੜਾ ਸਾਈਜ਼ ਹੈ ਉਹ ਜਿਹੜਾ ਛੋਟਾ ਹੋ ਜਾਏਗਾ, ਕਿਉਂਕਿ ਪਾਣੀ ਜਿਹੜਾ ਉਹ ਸੈੱਲ ਨੂੰ ਛੱਡ ਦੇਗਾ। ਸੋ ਤਿੰਨ ਤਰ੍ਹਾਂ ਦੀ ਜਿਹੜੀ ਆਪਣੀ ਸੈੱਲ ਮੈਂਬਰੇਨ ਹੈ ਉਹਦੇ ਵਿੱਚ ਪਾਣੀ ਦੀਆਂ ਤਿੰਨ ਤਰ੍ਹਾਂ ਦੀਆਂ ਮੂਵਮੈਂਟ ਹੋ ਸਕਦੀਆਂ ਨੇ। ਪਾਣੀ ਦੀ ਮੂਵਮੈਂਟ ਨੂੰ ਅਸੀਂ ਓਸਮੋਸਿਸ ਕਹਿੰਦੇ ਹਾਂ। ਤਿੰਨ ਤਰ੍ਹਾਂ ਦੇ ਸੋਲਿਊਸ਼ਨ ਉਹਦੇ ਵਿੱਚੋਂ ਨਿਕਲ ਕੇ ਆਉਂਦੇ ਨੇ। ਅਗਰ ਪਾਣੀ ਜਿਹੜਾ ਉਹ ਸੈੱਲ ਦੇ ਅੰਦਰ ਚਲਾ ਜਾਂਦਾ ਹੈ ਤਾਂ ਹਾਈਪੋਟੋਨਿਕ ਸੋਲਿਊਸ਼ਨ, ਅਗਰ ਸੇਮ ਰਹਿੰਦਾ ਪਾਣੀ ਦੀ ਕੋਈ ਮੂਵਮੈਂਟ ਹੁੰਦੀ ਹੀ ਨਹੀਂ ਤਾਂ ਉਸਨੂੰ ਆਈਸੋਟੋਨਿਕ ਸੋਲਿਊਸ਼ਨ ਕਿਹਾ ਜਾਂਦਾ ਹੈ। ਤੇ ਅਗਰ ਪਾਣੀ ਜਿਹੜਾ ਹੈ ਉਹ ਸੈੱਲ ਤੋਂ ਬਾਹਰ ਦੀ ਤਰਫ ਚਲਾ ਜਾਂਦਾ ਹੈ ਤਾਂ ਉਸਨੂੰ ਹਾਈਪਰਟੋਨਿਕ ਕਿਹਾ ਜਾਂਦਾ ਹੈ, ਤੇ ਸੈੱਲ ਦਾ ਜਿਹੜਾ ਸਾਈਜ਼ ਹੈ ਉਹ ਸ਼ਰਿੰਕ ਹੋ ਜਾਂਦਾ ਹੈ। ਇਸ ਨੂੰ ਆਪਾਂ ਓਸਮੋਸਿਸ ਕਹਿੰਦੇ ਹਾਂ। ਇਹ ਪਾਣੀ ਦੀ ਜਿਹੜੀ ਆਰ ਪਾਰ ਜਾ ਰਿਹਾ ਉਹ ਕਿਹੜੀ ਮੈਂਬਰੇਨ 'ਚ ਜਾ ਰਿਹਾ, ਉਹ ਸੈੱਲ ਮੈਂਬਰੇਨ ਦੇ ਵਿੱਚ ਜਾ ਰਿਹਾ। ਤੁਸੀਂ ਪੜ੍ਹ ਸਕਦੇ ਹੋ, ਯੂਨੀਸੈਲੂਲਰ ਫਰੈਸ਼ ਵਾਟਰ ਆਰਗੈਨਿਜ਼ਮਸ ਐਂਡ ਮੋਸਟ ਪਲਾਂਟ ਸੈਲਸ ਟੈਂਡ ਟੂ ਗੇਨ ਵਾਟਰ ਥਰੂ ਓਸਮੋਸਿਸ। ਤਾਂ ਜਿੰਨੇ ਵੀ ਪਲਾਂਟ ਸੈਲਸ ਨੇ, ਤੁਹਾਨੂੰ ਪਤਾ ਜੀ ਪੌਦੇ ਦੀ ਜੜ੍ਹਾਂ ਜਿਹੜੀਆਂ ਨੇ ਉਹ ਜ਼ਮੀਨ ਦੇ ਵਿੱਚ ਹੁੰਦੀਆਂ ਨੇ, ਤੇ ਜੜ੍ਹਾਂ ਜਿਹੜੀਆਂ ਨੇ ਉਹ ਪਾਣੀ ਨੂੰ ਲੈਣ ਦਾ ਕੰਮ ਕਰਦੀਆਂ ਨੇ ਤਾਂ ਕਿ ਪਾਣੀ ਜਿਹੜਾ ਪੌਦੇ ਦੇ ਸਾਰੇ ਭਾਗਾਂ ਵਿੱਚ ਜ਼ਮੀਨ ਤੋਂ ਪਹੁੰਚ ਸਕੇ। ਉੱਥੇ ਕਿਹੜੀ ਪ੍ਰੋਸੈਸ ਹੁੰਦੀ ਆ, ਉੱਥੇ ਫਿਰ ਇਹ ਓਸਮੋਸਿਸ ਦੀ ਹੀ ਪ੍ਰੋਸੈਸ ਹੁੰਦੀ ਆ। ਉਸੇ ਪ੍ਰੋਸੈਸ ਦੇ ਨਾਲ ਪਾਣੀ ਜਿਹੜੇ ਆ ਪੌਦੇ ਦੇ ਜਿਹੜੇ ਸੈੱਲ ਨੇ ਉਹ ਪਾਣੀ ਨੂੰ ਜ਼ਮੀਨ ਦੇ ਵਿੱਚੋਂ ਦੀ ਖਿੱਚਦੇ ਨੇ, ਓਬਜ਼ਰਵ ਕਰਦੇ ਨੇ, ਤੇ ਪੂਰੇ ਪਲਾਂਟ ਦੇ ਪੌਦੇ ਦੇ ਸਾਰੇ ਭਾਗਾਂ ਤੱਕ ਪਹੁੰਚਾਇਆ ਜਾਂਦਾ ਹੈ। ਜਦੋਂ ਵੀ ਪੌਦੇ ਦੇ ਸੈੱਲਾਂ ਵਿੱਚ ਪਾਣੀ ਦੀ ਕਮੀ ਹੁੰਦੀ ਹੈ, ਜ਼ਮੀਨ ਦੇ ਵਿੱਚ ਜ਼ਿਆਦਾ ਹੁੰਦਾ ਤਾਂ ਜ਼ਿਆਦਾ ਵਾਲੀ ਸਾਈਡ ਤੋਂ ਪੌਦਿਆਂ ਦੇ ਵਿੱਚ ਆ ਜਾਂਦਾ ਹੈ।
ਤਾਂ ਇਸ ਕਰਕੇ ਤੁਸੀਂ ਇੱਥੇ ਦੇਖ ਸਕਦੇ ਹੋ, ਦਸ ਦ ਡਿਫਿਊਜ਼ਨ ਇਜ਼ ਇੰਪੋਰਟੈਂਟ ਇਨ ਐਕਸਚੇਂਜ ਆਫ ਗੈਸਿਸ ਐਂਡ ਵਾਟਰ ਇਨ ਲਾਈਫ ਆਫ ਅ ਸੈੱਲ। ਤਾਂ ਇੱਕ ਸੈੱਲ ਦੇ ਵਿੱਚ ਡਿਫਿਊਜ਼ਨ ਦੀ ਪ੍ਰੋਸੈਸ ਬਹੁਤ ਹੀ ਇੰਪੋਰਟੈਂਟ ਹੈ। ਇਸ ਨਾਲ ਸੈੱਲ ਨੂੰ ਜਿਹੜਾ ਨਿਊਟ੍ਰੀਸ਼ਨ ਮਿਲਦਾ ਹੈ ਆਪਣੇ ਇਨਵਾਇਰਮੈਂਟ ਦੇ ਵਿੱਚੋਂ। different molecules move in and out of the cell through a type of transport requiring use of energy। ਇਸ ਤੋਂ ਇਲਾਵਾ plasma membrane is flexible and it is made up of organic molecules like lipids and proteins। ਤਾਂ ਇਹ ਵੀ ਕਾਫੀ ਇੰਪੋਰਟੈਂਟ ਹੈ, ਜੋ ਤੁਸੀਂ ਪਲਾਜ਼ਮਾ ਮੈਂਬਰੇਨ ਪੜ੍ਹ ਰਹੇ ਹਾਂ ਜੀ, ਕਾਫੀ ਫਲੈਕਸੀਬਲ ਹੁੰਦੀ ਹੈ, ਸਭ ਤੋਂ ਇੰਪੋਰਟੈਂਟ ਗੱਲ। ਦੂਸਰੀ ਇਹ ਲਿਪਿਡਸ ਦੀ ਤੇ ਪ੍ਰੋਟੀਨਸ ਦੀ ਬਣੀ ਹੁੰਦੀ ਹੈ। ਤੇ ਇਸ ਤੋਂ ਇਲਾਵਾ ਅਸੀਂ ਪਲਾਜ਼ਮਾ ਮੈਂਬਰੇਨ ਨੂੰ ਓਬਜ਼ਰਵ ਕਰ ਸਕਦੇ ਹਾਂ, ਯਾਨੀ ਕਿ ਦੇਖ ਸਕਦੇ ਹਾਂ। ਇਲੈਕਟ੍ਰੋਨ ਮਾਈਕਰੋਸਕੋਪ ਦੀ ਮਦਦ ਨਾਲ ਅਸੀਂ ਇਸ ਨੂੰ ਦੇਖ ਵੀ ਸਕਦੇ ਹਾਂ।